ਅੱਜ ਆਪਾਂ 483 अंक तो ज्ञान शुरू कर रहे हैं जी। आसा राग दे विच जिहड़े कबीर साहब दे आपां शब्द लै रहे सीगे 29वां शब्द लै रहे हैं। ਇਹਦੇ ਵਿੱਚ ਜਿਹੜੇ ਹੈਗੇ ਉਹ ਜਿਹੜੇ ਵੀ ਸਮਾਜ ਦੇ ਵਿੱਚ ਜਿਹੜੇ ਹੈਗੇ ਆ ਕੀ ਹਿੰਦੂ ਕੀ ਮੁਸਲਮਾਨ ਬਈ ਜੋ ਵੀ ਜਿਹੜੀਆਂ ਹੈਗੀਆਂ ਭਰਮ ਪਏ ਹੋਏ ਸੀਗੇ ਧਰਮ ਦੇ ਰਸਤੇ ਦੇ ਉੱਤੇ ਵੀ ਜਿਹੜਾ ਹੈਗਾ ਜਿਹੜੇ ਹੈਗੇ ਆ ਗਲਤ ਜਿਹੜੇ ਰਸਤੇ ਜਿਹੜੇ ਹੈਗੇ ਪਰਮਾਤਮਾ ਵੱਲ ਜਾ ਹੀ ਨਹੀਂ ਰਹੇ ਉਹ ਰਸਤੇ ਉਹ ਭਰਮ ਸਾਰੇ ਜਿਹੜੇ ਹੈਗੇ ਕਬੀਰ ਜੀ ਨੇ ਉਜਾਗਰ ਕੀਤੇ ਆ। ਔਰ ਉਹਦੇ ਵਾਸਤੇ ਜਿਹੜਾ ਹੈਗਾ ਜਿਗਰਾ ਚਾਹੀਦਾ ਹੈ ਭਾਈ। ਪਹਿਲਾਂ ਹੁਣ ਜਿਹੜੇ ਹੈਗੇ ਹਿੰਦੂ ਸਮਾਜ ਦੇ ਬਾਰੇ ਲਏ ਸੀ ਉਹਨਾਂ ਨੇ, ਹੁਣ ਜਿਹੜੇ ਹੈਗੇ ਮੁਸਲਮਾਨਾਂ ਦੇ ਬਾਰੇ ਗਿਆਨ ਸਾਰਿਆਂ ਨੂੰ ਦੇ ਰਹੇ ਆ। ਔਰ ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਕੋਈ ਨਾ ਕੋਈ ਉਹਨਾਂ ਨੂੰ ਕੋਈ ਨਾ ਕੋਈ ਨੁਕਤਾ ਕੋਈ ਨਾ ਕੋਈ ਜਿਹੜਾ ਪੁਆਇੰਟ ਚਾਹੀਦਾ ਹੈ ਉਹ ਕਿਤੋਂ ਵੀ ਮਿਲ ਜਾਏ ਪੁਆਇੰਟ। ਉਹਨਾਂ ਨੇ ਜੋ ਵੀ ਗੱਲ ਕਰਨੀ ਆ ਉਹ ਸਾਰੀ ਦੁਨੀਆ ਦੇ ਵਾਸਤੇ ਸਾਂਝੀ ਕਾਮਨ ਗੱਲ ਕਰਨੀ ਆ। ਉਹਨਾਂ ਦਾ ਕੋਈ ਕਿਸੇ ਦੇ ਨਾਲ ਮਕਸਦ ਨਹੀਂ ਹੈਗਾ ਕਿਸੇ ਇੱਕ ਪਰਟੀਕੂਲਰ ਧਰਮ ਦੇ ਨਾਲ ਜਾਂ ਪਰਟੀਕੂਲਰ ਬੰਦੇ ਦੇ ਨਾਲ ਜਿਹੜਾ ਹੈਗਾ ਉਹਨੂੰ ਪਿਨ ਪੁਆਇੰਟ ਕਰਨ ਦਾ। ਆਸਾ ਰੋਜ਼ਾ ਧਰੈ ਮਨਾਵੇ ਅੱਲੋ ਸਵਾਦਤ ਜੀ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਝੱਖ ਮਾਰੈ। ਕਹਿੰਦੇ ਰੋਜ਼ਾ ਧਰਦਾ। ਦੇਖੋ ਮੁਸਲਮਾਨਾਂ ਦੇ ਵਿੱਚ ਰੋਜ਼ੇ ਦਾ ਰਿਵਾਜ਼ ਹੈਗਾ ਸਵੇਰ ਤੋਂ ਜਿਹੜੇ ਹੈਗੇ ਆ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਿਹੜੇ ਹੈਗੇ ਉਹ ਰੋਜ਼ਾ ਰੱਖ ਲੈਂਦੇ ਆ। ਕਹਿੰਦੇ ਰੋਜ਼ਾ ਤਾਂ ਤੂੰ ਰੱਖ ਰਿਹਾ ਆ। ਰੋਜ਼ਾ ਕੀ ਰੱਖਦੇ ਆ ਕੀ ਕਰਦੇ ਆ? ਕਹਿੰਦੇ ਥੁੱਕ ਵੀ ਨਹੀਂ ਅੰਦਰ ਜਾਣ ਦਿੰਦੇ। ਉਹ ਪੂਰਾ ਦਿਨ ਪਾਣੀ ਵੀ ਨਹੀਂ ਪੀਂਦੇ ਰੋਟੀ ਵੀ ਨਹੀਂ ਕੁਛ ਵੀ ਨਹੀਂ ਖਾਂਦੇ। ਤੇ ਕਹਿੰਦੇ ਤੂੰ ਠੀਕ ਆ ਇੰਨਾ ਕੁਛ ਤਾਂ ਕਰ ਰਿਹਾ ਆ ਤੂੰ ਤੇ ਫਿਰ ਤੈਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਸਵਾਦ ਵਾਸਤੇ ਜਿਹੜਾ ਹੈਗਾ ਤੂੰ ਜੀਵ ਹੱਤਿਆ ਕਰੀ ਜਾ ਰਿਹਾ ਹੈ ਆਪਣੀ ਖਾਣ ਦੇ ਵਾਸਤੇ। ਔਰ ਇੱਥੇ ਤੂੰ ਥੁੱਕ ਵੀ ਨਹੀਂ ਅੰਦਰ ਲੈ ਕੇ ਜਾਂਦਾ। ਇਹਦੇ ਨਾਲ ਇਹ ਜਿਹੜਾ ਹੈਗਾ ਕੀ ਮਕਸਦ ਹੈਗਾ ਤੇਰਾ? ਇਸ ਤਰ੍ਹਾਂ ਜਿਹੜਾ ਹੈਗਾ ਰੱਬ ਨੂੰ ਕਿਸ ਤਰੀਕੇ ਦੇ ਨਾਲ ਖੁਸ਼ ਕਰ ਲੇਗਾ? ਰੋਜ਼ਾ ਧਰੈ ਮਨਾਵੇ ਅੱਲੋ ਸਵਾਦਤ ਜੀ ਸੰਘਾਰੈ। ਤੂੰ ਅੱਲਾ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਨਾ, ਅੱਲਾ ਦੇ ਵਾਸਤੇ ਸਾਰਾ ਕੁਝ ਕਰ ਰਿਹਾ ਔਰ ਤੂੰ ਜਿਹੜਾ ਹੈਗਾ ਉਹ ਜੀਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਸਵਾਦ ਦੇ ਵਾਸਤੇ ਮਾਰ ਰਿਹਾ ਹੈ ਤੂੰ। ਜੇ ਤੇਰੇ ਕੋਲ ਜਿਹੜਾ ਹੈਗਾ ਹੋਰ ਕੋਈ ਚਾਰਾ ਨਹੀਂ ਹੈ। ਹੁਣ ਦੇਖੋ ਮੱਛੀਆਂ ਹੈਗੀਆਂ ਪਾਣੀ ਦੇ ਵਿੱਚ ਹੈਗੀਆਂ ਸ਼ੇਰ ਹੈਗਾ ਉਹਨਾਂ ਨੇ ਤਾਂ ਮਾਰਨਾ ਹੈ ਕਿਉਂਕਿ ਉਹਨਾਂ ਦੇ ਕੋਲ ਆਪਸ਼ਨ ਨਹੀਂ ਹੈਗਾ ਕੋਈ। ਤੇਰੇ ਕੋਲ ਤਾਂ 36 ਪ੍ਰਕਾਰ ਦੇ ਭੋਜਨ ਹੈਗੇ ਆ। ਰੋਜ਼ਾ ਧਰੈ ਮਨਾਵੇ ਅੱਲੋ ਸਵਾਦਤ ਜੀ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਝੱਖ ਮਾਰੈ। ਕਹਿੰਦੇ ਤੈਨੂੰ ਜਿਹੜਾ ਹੈਗਾ ਤੇਰਾ ਆਪਣਾ ਸਵਾਰਥ ਜਿਹੜਾ ਹੈਗਾ ਉਸ ਤੋਂ ਇਲਾਵਾ ਦੂਜੇ ਦਾ ਕੁਝ ਦਿਸਦਾ ਹੀ ਨਹੀਂ ਹੈਗਾ। ਦੂਜੇ ਨੂੰ ਨਹੀਂ ਦੇਖ ਰਿਹਾ ਤੂੰ। ਹੁੱਕ ਐਂਡ ਕਰੁੱਕ ਜਿਹੜਾ ਹੈਗਾ ਤੂੰ ਚਾਹੁੰਦਾ ਹੈ ਵੀ ਮੇਰਾ ਕੰਮ ਹੋ ਜਾਏ ਅਗਲਾ ਭਾਵੇਂ ਜਿਹੜਾ ਖੂਹ ਚ ਡਿਗੇ। ਤੇ ਕਾਹਦੇ ਲਈ ਇਹ ਸਾਰਾ ਜਿਹੜਾ ਹੈਗਾ ਰੋਜ਼ਾ ਧਰ ਕੇ ਔਰ ਇਹ ਸਾਰਾ ਕੁਝ ਕਰਕੇ ਝੱਖ ਮਾਰ ਰਿਹਾ ਹੈ? ਇਹ ਤਾਂ ਝੱਖ ਮਾਰਨੀ ਹੋਈ ਫਿਰ ਸਮਾਂ ਜਿਹੜਾ ਹੈਗਾ ਤੂੰ ਖਰਾਬ ਕਰ ਰਿਹਾ ਆਪਣਾ। ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੈ। ਹੁਣ ਕਾਜੀ ਦੇਖ ਲਓ ਕਾਜੀ ਦੀ ਨੂੰ ਐਡਰੈਸ ਕੀਤਾ ਹੈ ਜਿਹੜਾ ਕਿ ਸਾਰਿਆਂ ਤੋਂ ਜਿਹੜਾ ਹੈਗਾ ਇਨਸਾਫ ਕਰਨ ਵਾਲਾ ਸਾਰਿਆਂ ਤੋਂ ਸੁਪਰੀਮ ਹੁੰਦਾ ਹੈ ਇਹਨਾਂ ਦਾ। ਕਾਜੀ ਸਾਹਿਬ ਇੱਕ ਤੋਹੀ ਮੈਂ ਕਹਿੰਦੇ ਉਹ ਮਾਲਕ ਪਰਮਾਤਮਾ ਇੱਕ ਹੈਗਾ ਸਾਰਿਆਂ ਦਾ ਸਾਹਿਬ ਹੈਗਾ। ਕਾਜੀ ਸਾਹਿਬ ਇੱਕ ਕਿਆ ਹੋ ਤੋਹੀ ਮੈਂ ਤੇਰੇ ਵਿੱਚ ਵੀ ਹੈਗਾ ਤੇਰਾ ਉਹ ਤੇਰਾ ਵੀ ਹੈਗਾ। ਸੋਚ ਵਿਚਾਰ ਨਾ ਦੇਖਿਆ ਤੂੰ ਇਹ ਗੱਲ ਤੇ ਕੋਈ ਸੋਚ ਵਿਚਾਰ ਨਹੀਂ ਕਰ ਰਿਹਾ ਵੀ ਉਹ ਜਿਹੜਾ ਸਾਹਿਬ ਤੇਰਾ ਹੈਗਾ ਉਹ ਹਿੰਦੂ ਦਾ ਵੀ ਹੈ ਮੁਸਲਮਾਨ ਦਾ ਵੀ ਹੈ ਹੋਰ ਸਿੱਖ ਦਾ ਸਾਰਿਆਂ ਦਾ ਸਾਹਿਬ ਹੈਗਾ ਸਾਰਿਆਂ ਦਾ ਮਾਲਕ ਸਾਰੇ ਜੀਵਾਂ ਦਾ ਮਾਲਕ ਹੈਗਾ ਉਹ। ਤੂੰ ਇਹ ਗੱਲ ਨਹੀਂ ਸੋਚ ਪਾ ਰਿਹਾ। ਖਬਰ ਨਾ ਕਰੇ ਦੀਨ ਕੇ ਬੌਰੇ ਤਾਤੇ ਜਨਮ ਅਲੇਖੈ ਰਹਾਓ। ਤੂੰ ਇਹ ਗੱਲ ਸਮਝ ਨਹੀਂ ਪਾ ਰਿਹਾ ਇਹ ਗੱਲ ਤੇ ਵਿਚਾਰ ਨਹੀਂ ਕਰ ਰਿਹਾ। ਜੋ ਮੈਂ ਕਹਿ ਰਿਹਾ ਗੱਲ ਇਸ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ। ਇਹ ਖਬਰ ਨੂੰ ਆਪਣੇ ਅੰਦਰ ਲੈ ਕੇ ਹੀ ਨਹੀਂ ਜਾ ਰਿਹਾ। ਦੀਨ ਕੇ ਬੌਰੇ ਤੂੰ ਪਾਗਲ ਹੋਇਆ ਹੈ ਸ਼ਰ੍ਹਾ ਦੇ ਵਿੱਚ। ਇੱਕ ਕੁਰਾਨ ਹੈਗੀ ਇੱਕ ਇਹਨਾਂ ਦੀ ਜਿਹੜੀ ਹੈਗੀ ਸ਼ਰ੍ਹਾ ਦੀ ਕਿਤਾਬ ਹੈ ਸ਼ਰੀਅਤ ਹੈਗੀ ਆ। ਉਹਦੇ ਵਿੱਚ ਆਪਣੇ ਵੀ ਜਿਹੜੇ ਜਿਸ ਤਰ੍ਹਾਂ ਜਿਹੜੇ ਹੈਗੇ ਰਹਿਤ ਮਰਿਆਦਾ ਹੈਗੇ ਕਹਿੰਦੇ ਰਹਿਤ ਮਰਿਆਦਾ ਦੇ ਵਿੱਚ ਸ਼ਰ੍ਹਾ ਦੇ ਵਿੱਚ ਇੰਨਾ ਤੂੰ ਬੋਰਾ ਹੋਇਆ ਪਿਆ ਹੈ ਤੇ ਤੂੰ ਜਿਹੜਾ ਹੈਗਾ ਆਹ ਚੀਜ਼ ਵਿਚਾਰ ਹੀ ਨਹੀਂ ਕਰ ਪਾ ਰਿਹਾ।
ਤਾਂ ਤੇ ਜਨਮ ਅਲੇਖ ਹੈ ਤੇਰਾ ਤਾਂ ਆ ਜਨਮ ਹੀ ਜਿਹੜਾ ਹੈਗਾ ਪੂਰਾ ਮਨੁੱਖੀ ਜੂਨ ਹੀ ਜਿਹੜੀ ਹੈਗੀ ਉਹ ਵੇਸਟ ਹੋ ਰਹੀ ਆ ਲੇਖੇ ਲਿਖਤ ਦੇ ਵਿੱਚ ਨਹੀਂ ਹੈ, ਲੇਖੇ 'ਚ ਨਹੀਂ ਲੱਗ ਰਹੀ ਉਹ ਜਿਹੜੀ ਹੈ ਤੂੰ ਹਾਰ ਰਿਹਾ ਹੈ ਮਨੁੱਖੀ ਜੂਨ ਰਹਾਓ। रोजा तरह मनावे अल्लो स्वादत जी संगार है आपा देख अवर नहीं देखे काहे को झक मारे। हाँ जी वीर जी। हाँ जी ठीक है जी। साध संगत जी आज देखो फिर कबीर जी वैसे मुसलमान ने जुलाए ने, देखो इथों पता लगता है आदमी अवस्था का। वो भावें कबीर जी ने तो फिर भी उन्होंने मुसलमानों ਨੂੰ ਵੀ ਛੱਡਿਆ ਨਹੀਂ ਹੈ ਨਜਰ ਸਾਹਿਬ। ਬਿਲਕੁਲ। ਔਰ ਉਹਨਾਂ ਦੇ ਬਾਰੇ ਪ੍ਰਸਿੱਧ ਹੈ ਕਿ ਵਿਚਾਰੇ ਜਿਹੜੇ ਹੈ ਨਾ ਕੋਈ ਜਿਹੜੀ ਹੈਗੀ ਉਹਨਾਂ ਨੂੰ ਮੁਸਲਮਾਨਾਂ ਨੂੰ ਉਹ ਜਿਹੜੇ ਹੈਗੇ ਜੁਲਾਏ ਸੀਗੇ ਤੇ ਉਹਨਾਂ ਨੂੰ ਉਹ ਲੱਭ ਗਏ ਸੀ, ਕਿਤੋਂ ਬੱਚਾ ਲੱਭਿਆ ਸੀ, ਉਹਨਾਂ ਨੇ ਬਥੇਰਾ ਕਿਹਾ ਵੀ ਇਹ ਭਾਈ ਕਿਹਦਾ ਹੈਗਾ, ਕੋਈ ਜਿਹਦਾ ਹੈਗਾ ਲੈ ਲਓ, ਕੋਈ ਨਹੀਂ ਆਇਆ, ਫਿਰ ਉਹਨਾਂ ਨੇ ਪਾਲਿਆ। ਹਾਂਜੀ ਠੀਕ ਆ। ਪਰ ਨਿੱਜਰ ਸਾਹਿਬ ਭਾਵੇਂ ਛੋਟਾ ਬੱਚਾ ਸੀ ਪਰ ਉਹ ਧਰਮ ਦੇ ਵਿੱਚ ਪਲਿਆ। ਹਾਂਜੀ ਬਿਲਕੁਲ ਉਹਨਾਂ ਦੇ ਧਰਮ ਦੇ ਵਿੱਚ ਪਲਿਆ, ਇਹ ਗੱਲ ਬਿਲਕੁਲ ਸਹੀ ਹੈ। ਔਰ ਕਾਂਸ਼ੀ ਵਿੱਚ ਪਲਿਆ। ਹਾਂ ਕੋਈ ਵੀ ਬੱਚਾ ਸਾਧ ਸੰਗਤ ਜੀ ਬੱਚਾ ਹੀ ਹੁੰਦਾ। ਉਹ ਕੋਈ ਅੱਜ ਫੇਰ ਥੋੜਾ ਜਿਹਾ ਟੌਪਿਕ ਚੱਲਿਆ, ਉਹ ਗੱਲ ਕਿ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਲੋਕਾਂ ਨੇ ਜਾਤ ਬਣਾ ਦਿੱਤਾ। ਅਸਲ ਜਾਤ ਜੂਤ ਕੋਈ ਨਹੀਂ ਹੈਗੀ, ਇਹ ਸਭ ਸਾਡੀ ਸੋਚ ਆ। ਅਸੀਂ ਜਿੱਦਾਂ ਵਹਿੰਦੇ ਆ ਉਹ ਚੀਜ਼ ਨੂੰ, ਇਹ ਪਹਿਲੇ ਦਿਨ ਤੋਂ ਹੀ ਇਨਸਾਨ ਜਿਹੜਾ ਹੈ ਨਾ, ਇਨਸਾਨ ਬੜਾ ਚਲਾਕ ਆ। ਇਹ ਰੰਗ ਦੇ ਸਿਰ ਤੇ ਬੰਦੇ ਦੇ ਨਾ ਉਹਦੀ ਫਿਤਰਤ ਵਹਿੰਦਾ ਹੈ। ਕੋਈ ਬੰਦਾ ਚਿੱਟਾ ਹੈ ਉਹ ਸੋਚਦੇ ਬੜਾ ਵਧੀਆ, ਪਹਿਲੇ ਦਿਨ ਤੋਂ ਹੀ ਇਨਸਾਨ ਦੀ ਸੋਚ ਹੈ। ਜ਼ਰੂਰੀ ਥੋੜੀ ਕਿ ਚਿੱਟਾ ਬੰਦਾ ਵਧੀਆ ਹੋਊਗਾ, ਹੋ ਸਕਦਾ ਹੈ ਕੋਈ ਆਮ ਮੂਲੀ ਜਾਂ ਸਧਾਰਨ ਬੰਦਾ ਵੀ ਜਿਹੜਾ ਨਹੀਂ ਦਿਖਦਾ ਬਹੁਤਾ ਸੋਹਣਾ ਉਹ ਬਹੁਤ ਵਧੀਆ ਇਨਸਾਨ ਹੋਵੇ। ਪਰ ਨਹੀਂ, ਇਹ ਪਤਾ ਨਹੀਂ ਕਿਉਂ ਇਨਸਾਨ ਏਦਾਂ ਕਿਉਂ ਸੋਚਦਾ ਹੈ, ਜਦਕਿ ਨੈਣ ਨਕਸ਼ ਜਿਹੜੇ ਹੁੰਦੇ ਨਾ ਉਹ ਦੇਖੋ ਸਾਡੇ ਉੱਤੇ ਸਾਡਾ ਕੰਟਰੋਲ ਨਹੀਂ ਹੈਗਾ। ਨਹੀਂ ਹੈਗਾ ਉਹ, ਪਰ ਆਪਾਂ ਦੇਖੀਏ ਤੇ ਲੋਕੀ ਉਸ ਦੇ ਸਿਰ ਤੇ ਬੰਦੇ ਦੀ ਵਹਿੰਦੇ ਆ, ਉਹ ਬੰਦੇ ਦੀ ਬਈ ਇਹਦੇ ਨੈਣ ਨਕਸ਼ ਨਹੀਂ ਸਹੀ ਤੇ ਬੰਦਾ ਵੀ ਨਹੀਂ ਸਹੀ, ਏਦਾਂ ਕਰਦੇ ਨੇ ਲੋਕ, ਔਰ ਆਪਾਂ ਵੀ ਏਦਾਂ ਕਰਦੇ ਹਾਂ। ਤੋ ਇੱਥੇ ਇਸ ਗੱਲ ਦਾ ਜ਼ਿਕਰ ਕਰਨ ਦਾ ਮਤਲਬ ਇੰਨਾ ਹੈ ਕਿ ਸਾਡੇ ਸਰੀਰ ਦੀ ਬਣਾਵਟ ਦੇ ਉੱਤੇ ਸਾਡਾ ਕੰਟਰੋਲ ਹੀ ਨਹੀਂ ਹੈਗਾ। ਫਿਰ ਜੇ ਮੇਰਾ ਕੰਟਰੋਲ ਨਹੀਂ ਹੈ ਤੇ ਫਿਰ ਤੁਸੀਂ ਮੈਨੂੰ ਕਿੱਦਾਂ ਬਲੇਮ ਕਰ ਸਕਦੇ ਹੋ? ਕਰੈਕਟ ਨਿੱਜਰ ਸਾਹਿਬ? ਬਿਲਕੁਲ। ਪਰ ਆਪਾਂ ਕਰਦੇ ਹਾਂ, ਆਪਾਂ ਕਹਿ ਦਿੰਦੇ ਹਾਂ, ਨਿੰਦ ਦਿੰਦੇ ਹਾਂ। ਬੰਦੇ ਦੀ ਵੈਲਿਊ ਜਿਹੜੀ ਹੁੰਦੀ ਨਾ ਉਹਦੇ ਗੁਣਾਂ ਦੇ ਕਰਕੇ ਹੋਣੀ ਚਾਹੀਦੀ, ਨਾ ਕਿ ਉਹਦੀ ਖੂਬਸੂਰਤੀ ਦੇ ਕਰਕੇ। ਖੂਬਸੂਰਤੀ ਇੱਕ ਇਹ ਵੀ ਠੀਕ ਹੈ, ਇੱਕ ਪਲੱਸ ਪੁਆਇੰਟ ਹੈਗਾ, ਬਟ ਬੰਦੇ ਦੀ ਕੀਮਤ ਜਿਹੜੀ ਉਹਦੇ ਗੁਣਾਂ ਦੇ ਕਰਕੇ ਹੁੰਦੀ। ਹੁਣ ਕਬੀਰ ਜੀ ਗੱਲ ਕਰ ਰਹੇ ਨੇ, ਬੇਸ਼ੱਕ ਛੋਟੇ ਹੁੰਦੇ ਉਹ ਮੁਸਲਮਾਨ ਸਮਾਜ ਦੇ ਵਿੱਚ ਰਹੇ, ਫਿਰ ਉਹਨਾਂ ਨੇ ਨਾਮ ਹੀ ਆਪਣਾ ਕਬੀਰ ਰੱਖਿਆ। ਫਿਰ ਅਸਕਰ ਛੋਟਾ ਬੱਚਾ ਹੈ ਤੇ ਨਮਾਜ਼ ਪੜ੍ਹਨ ਜਾਂਦਾ ਹੈ, ਪਰ ਉਹਨਾਂ ਦੀ ਬਾਣੀ ਵੇਖੋ। ਹੁਣ ਤੁਸੀਂ ਇਸ ਬਾਣੀ ਨੂੰ ਪੜ੍ਹ ਕੇ ਵੇਖ ਲਓ ਤੇ ਕੋਈ ਇਸੇ ਹੀ ਲੈਵਲ ਦਾ ਬੰਦਾ ਕੋਈ ਹੋਰ ਵੇਖੋ, ਉਹ ਕਿੱਡਾ ਔਖਾ ਹੈ। ਉਸ ਤੋਂ ਬਾਅਦ ਬੁੱਲੇ ਸ਼ਾਹ ਦੀ ਬਾਣੀ ਵੀ ਬਹੁਤ ਤਕੜੀ ਹੈ। ਬੁੱਲੇ ਸ਼ਾਹ ਨੂੰ ਜਦੋਂ ਪੈਦਾ ਹੋਇਆ ਸੀ ਤਾਂ ਉਦੋਂ ਲੋਕਾਂ ਨੇ ਲਾਈਕ ਨਹੀਂ ਕੀਤਾ ਹੈ, ਪਰ ਅੱਜ ਦੀ ਡੇਟ 'ਚ ਬੁੱਲੇ ਸ਼ਾਹ ਦਾ ਬਹੁਤ ਵੱਡਾ ਇੱਕ ਨਿੱਜਰ ਸਾਹਿਬ ਬਿਲਕੁਲ ਮੁਕਾਮ ਹੈ ਮੁਸਲਮਾਨਾਂ ਦੇ ਵਿੱਚ, ਲਾਈਕ ਕਰਦੇ ਨੇ ਲੋਕ। ਜਿਹੜੀਆਂ ਨਸਲਾਂ ਉਸ ਜ਼ਮਾਨੇ 'ਚ ਬੁੱਲੇ ਸ਼ਾਹ ਨੇ ਕਾਵੀਆਂ ਜਿਹੜੀਆਂ ਗਾਈਆਂ ਸਨ ਉਹ ਬੜੀਆਂ ਮਸ਼ਹੂਰ ਨੇ। ਬਿਲਕੁਲ ਸਹੀ ਹੈ ਜੀ। ਔਰ ਉਸ ਤੋਂ ਬਾਅਦ ਦੇਖੋ ਜਦੋਂ ਸ਼ਾਹ ਹੁਸੈਨ ਦੇ ਨਾਲ ਕੁਝ ਹੋ ਗਈ ਇੰਟਰਫੇਰੈਂਸ, ਗੱਲਬਾਤ ਹੋ ਗਈ, ਫਿਰ ਸ਼ਾਹ ਹੁਸੈਨ ਜਿਹੜਾ ਨਾਰਾਜ਼ ਹੋ ਗਿਆ, ਬਿਲਕੁਲ ਨਾਰਾਜ਼ ਹੋ ਗਿਆ ਸੀਗਾ। ਬਿਲਕੁਲ ਫਿਰ ਇਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ। ਵੇਖ ਲਓ ਨਿੱਜਰ ਸਾਹਿਬ ਫਿਰ ਕਿੱਦਾਂ ਕੌਤਕ ਹੋਇਆ। ਹਾਂ ਤੇ ਫਿਰ ਬੁੱਲੇ ਦੀ ਸਾਧਨਾ ਬੰਦ ਹੋ ਗਈ। ਬਿਲਕੁਲ। ਫਿਰ ਬੁੱਲਾ ਕਹਿੰਦਾ ਸੀ ਕਿ ਉਹ ਮਤਲਬ ਸਪਲਾਈ ਬੰਦ ਹੋ ਗਈ। ਫਿਰ ਬੁੱਲੇ ਨੂੰ ਪਛਤਾਵਾ ਹੋਇਆ ਬਾਅਦ ਚ, ਕਿਉਂਕਿ ਉਹਨੂੰ ਇਹ ਪਛਤਾਵਾ ਇਹ ਹੋਇਆ ਕਿ ਜਿਹੜਾ ਮੈਂ ਤੇ ਬ੍ਰਹਮ ਨੂੰ ਜਾਣਦਾ ਹੀ ਨਹੀਂ ਸੀ ਤੇ ਜਿਹਨੇ ਮੈਨੂੰ ਇੰਟਰੋਡਕਸ਼ਨ ਕਰਾਈ ਸੀ ਮੈਂ ਉਹਨੂੰ ਹੀ ਰਿਜੈਕਟ ਕਰਤਾ। ਔਰ ਗੋਰਖੀ ਸਾਹਿਬ ਸ਼ਾਹ ਹੁਸੈਨ ਦੀਆਂ ਵੀ ਬਹੁਤ ਹੀ ਕਮਾਲ ਦੀਆਂ ਹੈਗੀਆਂ ਨਜ਼ਮਾਂ ਸ਼ਾਹ ਹੁਸੈਨ ਦੀ। ਹਾਂ ਕਰ ਨਿੱਜਰ ਸਾਹਿਬ ਜਿਹੜਾ ਉਸਤਾਦ ਹੋਊਗਾ ਤੇ ਉਸਤਾਦ ਉਹ ਜਿੱਦਾਂ ਨਹੀਂ ਉਹ ਅਕਬਰ ਦੇ ਦਰਬਾਰ 'ਚ ਹੈਗਾ ਸੀ ਤਾਨਸੈਨ। ਹਾਂਜੀ ਹਾਂਜੀ ਬਿਲਕੁਲ। ਤਾਨਸੈਨ ਨੂੰ ਪੁੱਛਿਆ ਵੀ ਕਿ ਮੈਂ ਅਕਬਰ ਉਹ ਵੀ ਜਿਹੜਾ ਬਹੁਤ ਸ਼ੌਕੀਨ ਸੀ ਇਹਨਾਂ ਚੀਜ਼ਾਂ ਦਾ, ਤੇ ਉਹ ਅਕਬਰ ਨੇ ਪੁੱਛਿਆ ਕਿ ਤਾਨਸੈਨ
ਤੂੰ ਇੰਨਾ ਵਧੀਆ ਸੰਗੀਤਕਾਰ ਆ, ਇੰਨਾ ਵਧੀਆ ਹੈ ਵਾ ਜੋ ਵੀ ਗੀਤਕਾਰ ਆ, ਤੇ ਤੋਂ ਉੱਪਰ ਵੀ ਕੋਈ ਹੈਗਾ? ਕਹਿੰਦਾ ਹੈਗਾ ਹੈ। ਕਹਿੰਦਾ ਕੌਣ ਹੈ? ਕਹਿੰਦਾ ਮੇਰਾ ਉਸਤਾਦ। ਕਹਿੰਦਾ ਮੈਂ ਇਹਨੂੰ ਸੁਣਨਾ ਚਾਹੁੰਦਾ। ਉਹਨੂੰ ਲਿਆ ਇੱਥੇ ਦਰਬਾਰ ਚੋਂ। ਕਹਿੰਦਾ ਉਹ ਪੈਸੇ ਲਈ ਤੇ ਗਾਉਂਦਾ ਹੀ ਨਹੀਂ, ਉਹ ਰੱਬ ਲਈ ਗਾਉਂਦਾ। ਕਹਿੰਦੇ ਅੱਛਾ। ਫਿਰ ਕਹਿੰਦਾ ਉਹਨੂੰ ਸੁਣਨ ਵਾਸਤੇ ਉਹਦੀ ਝੁੱਗੀ 'ਚ ਜਾਣਾ ਪੈਣਾ ਵਾ, ਉਹ ਵੀ ਚੋਰੀ ਛੁਪੇ। ਬਿਲਕੁਲ। ਜਦੋਂ ਇਬਾਦਤ ਕਰਦਾ ਹੈ ਉਦੋਂ ਗਾਉਂਦਾ ਹੈ ਉਹ ਰੱਬ ਦੇ ਲਈ। ਫਿਰ ਉਹਨੇ ਗਾਇਆ। ਫਿਰ ਉਹ ਅਕਬਰ ਜਾਂਦਾ ਰਿਹਾ, ਉੱਥੇ ਗਿਆ। ਚਲੋ ਸਵੇਰੇ ਪਤਾ ਨਹੀਂ 4-5 ਵਜੇ ਜਦੋਂ ਆਪਾਂ ਅੰਮ੍ਰਿਤ ਵੇਲਾ ਕਹਿ ਦਿੰਦੇ ਹਾਂ, ਉਹ ਫਿਰ ਉਹਦਾ ਉਸਤਾਦ ਨੇ ਗਾਇਆ। ਬਹੁਤ ਜ਼ਬਰਦਸਤ ਸੰਗੀਤਕਾਰ ਗਾਇਆ ਉਹਨੇ, ਗੀਤ ਗਾਇਆ। ਫਿਰ ਉਸ ਤੋਂ ਬਾਅਦ ਅਕਬਰ ਨੇ ਸਵਾਲ ਕੀਤਾ ਉਹਨੂੰ, ਤਾਨਸੈਨ ਨੂੰ, ਕਿ ਤਾਨਸੈਨ ਇਹ ਕਲਾਕਾਰੀ ਤੇਰੇ 'ਚ ਕਿਉਂ ਨਹੀਂ ਆਈ? ਕਹਿੰਦੇ ਮੈਂ ਤੇਰੇ ਵਾਸਤੇ ਗਾਉਣਾ ਹੈ। ਮੈਂ ਤੇਰੇ ਵਾਸਤੇ ਗਾਉਂਦਾ ਵਾਂ। ਉਹ ਤੈਨੂੰ ਪਤਾ ਕਿਹਦੇ ਵਾਸਤੇ ਗਾਉਂਦਾ? ਕਿਹਦੇ ਵਾਸਤੇ? ਕਹਿੰਦਾ ਉਹ ਰੱਬ ਲਈ ਗਾਉਂਦਾ, ਪੈਸੇ ਨਹੀਂ ਲੈਂਦਾ। ਮੈਂ ਤੇ ਵੇਚਦਾ ਆਪਣਾ, ਮੈਂ ਦੀ ਕੀਮਤ ਲੈਣਾ। ਮੇਰਾ ਧਿਆਨ ਤੇਰੇ 'ਚ ਰਹਿੰਦਾ ਹੈ ਕਿ ਮੈਨੂੰ ਤੂੰ ਕੀ ਕੀ ਤੋਹਫੇ ਦਿੱਤੇ ਨੇ। ਤੇ ਮਤਲਬ ਕਹਿਣ ਤੋਂ ਭਾਵ ਹੈ ਕਿ ਉਹ ਕਿ ਅਲੱਗ ਚੀਜ਼ ਆ। ਆਪ ਜੀ ਸਾਧ ਸੰਗਤ ਜੀ ਜਸਟ ਦੇਖੋ, ਇਹ ਜਿਹੜੇ ਫਕੀਰ ਹੁੰਦੇ ਨੇ ਇਹ ਮਲੰਗ ਹੁੰਦੇ ਨੇ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਬੰਦਿਆਂ ਲਈ ਥੋੜੀ ਗਾਉਂਦੇ ਨੇ ਅਗਲੇ। ਉਹਨਾਂ ਦਾ ਗਾਉਣਾ ਹੀ ਇਬਾਦਤ ਹੈ। ਬਿਲਕੁਲ। ਹੁਣ ਸਾਡੇ ਵਰਗਾ ਉੱਥੇ ਮੈਂ ਚੌਂਕ 'ਚ ਕਿਤੇ 500 ਦੀ ਕਿਸੇ ਦੀ ਮਦਦ ਕਰਤੀ ਤੇ ਮੈਂ ਕਹਿ ਦੇਣਾ ਬਈ ਮੈਂ 500 ਦਿੱਤਾ। ਪਰ ਉਹ ਕਹਿੰਦੇ ਆ ਕਿ ਸਾਨੂੰ ਤੇ ਰੱਬ ਨੇ ਉਹ ਡਿਊਟੀ ਲਾਈ। ਆਪ ਜਸਟ ਦੇਖੋ, ਬੜੇ ਬੜੇ ਇਮਾਨਦਾਰ ਲੋਕ ਬੈਠੇ ਨੇ ਦੁਨੀਆ ਤੇ, ਬਹੁਤ ਐਸੇ ਲੋਕ ਨੇ, ਉਹਨਾਂ ਦਾ ਜੀਵਨ ਹੀ ਏਦਾਂ ਦਾ। ਤੁਸੀਂ ਦੇਖੋ ਆਪਣੇ ਅਬਦੁਲ ਕਲਾਮ ਜੀ, ਅਬਦੁਲ ਕਲਾਮ ਨਹੀਂ ਮੈਂ ਕਹਿੰਦਾ, ਅਬਦੁਲ ਕਲਾਮ ਜੀ। ਅਬਦੁਲ ਕਲਾਮ ਜੀ ਵੇਖੋ ਉਹਨਾਂ ਦਾ ਜੀਵਨ। ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ, ਇਹ ਕੌਣ ਨੇ? ਇਹ ਸੰਤ ਨੇ। ਸਹੀ ਨੇ ਜੀ ਸਾਹਿਬ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਇਹਨਾਂ ਦਾ ਪ੍ਰੈਕਟੀਕਲ ਲਾਈਫ ਹੈ ਜੀ, ਗੱਲਾਂ ਨਹੀਂ ਹੈਗੀਆਂ। ਇਹਨਾਂ ਦਾ ਜੀਵਨ ਵੇਖੋ। ਲੋਕ ਕੌਣ ਹੈ? ਉਹ ਮਨਮੋਹਨ ਸਿੰਘ ਜੀ ਦੀ ਘਰ ਦੀ ਹੱਥ ਪਤਾ ਕਿਹੜਾ ਮੋਬਾਈਲ ਜੀ? 700-800 ਰੁਪਏ ਵਾਲਾ। ਉਹ ਇੱਥੇ ਅੰਮ੍ਰਿਤਸਰ, ਉਹਦੇ 2-3 ਭਰਾ ਆ ਅੰਮ੍ਰਿਤਸਰ ਦੇ, ਤੇ ਇਹ ਮਨਮੋਹਨ ਸਿੰਘ ਜੀ ਇਹ PM ਨੇ ਤੇ ਨਿੱਜਰ ਸਾਹਿਬ, ਉਹਨਾਂ ਦੇ ਘਰ ਦੇ ਉੱਤੇ ਨਾ 3 ਫੇਜ਼ ਦੀਆਂ ਤਾਰਾਂ ਲੰਘਦੀਆਂ ਤੇ ਅਗਲੇ ਨੇ ਤਾਰਾਂ ਨਹੀਂ ਬਾਹਰ ਕਢਾਈਆਂ। ਅਬ ਜਸਟ ਸੋਚੋ ਕੌਣ ਨੇ ਲੋਕ, ਕਿੱਥੇ ਬੈਠੇ ਨੇ? ਕੀ ਤਾਰਾਂ? ਇੱਥੇ ਮਾੜਾ ਜਿਹਾ ਕੋਈ ਮੁਲਾਜ਼ਮ ਹੋਵੇ ਨਾ, ਉਹ ਕਢਵਾ ਦਿੰਦਾ। ਬਿਲਕੁਲ। ਅਗਲੇ ਦੇ ਭਰਾ PM ਆ, ਉਹਨੇ ਘਰ ਚ ਤਾਰਾਂ ਹੀ ਨਹੀਂ ਬਾਹਰ ਕਢਵਾਈਆਂ। ਅਬ ਜਸਟ ਸੋਚੋ ਇਹ ਲੋਕ ਕੌਣ ਨੇ? ਕਿੱਦਾਂ ਦੇ ਲੋਕ ਹੋਣਗੇ? ਕਿਹੋ ਜਿਹੇ ਲੋਕ? ਇੰਨੀ ਪਾਵਰ, ਔਰ ਉਹਨਾਂ ਨੂੰ ਹਜਮ ਕਰ ਜਾਂਦੇ ਪਾਵਰ ਨੂੰ। ਪਤਾ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਸਾਡੇ ਕੋਲ ਇੰਨੀ ਪਾਵਰ ਹੈ। ਅਬ ਜਸਟ ਸੋਚੋ ਕਿ ਕਿਹੋ ਜਿਹੇ ਬਰਤਨ ਹੋਣਗੇ। ਇਹ ਕੋਈ ਵੱਡੀਆਂ ਸ਼ਕਤੀਆਂ ਹੁੰਦੀਆਂ ਨੇ ਐਸੇ ਲੋਕ ਜਿਹੜੇ ਇੰਨੀ ਸ਼ਕਤੀ ਨੂੰ ਹਜਮ ਕਰ ਪਾਉਂਦੇ ਨੇ। ਨਹੀਂ ਤੇ ਬੰਦੇ ਪਿੱਛੇ 200-400 ਬੰਦਾ ਲੱਗ ਜੇ, ਉਹ ਬੰਦਾ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦਾ। ਹਾਂਜੀ ਨਿੱਜਰ ਸਾਹਿਬ, ਆਪਾਂ ਕਥਾ ਤੇ ਵਾਪਸ ਆ ਜਾਈਏ। ਉਹ ਟੌਪਿਕ ਇਹਦੇ ਨਾਲ ਜੁੜਦਾ ਸੀ, ਇਸ ਕਰਕੇ ਗੱਲ ਚੱਲੀ। ਹਾਂਜੀ ਨਿੱਜਰ ਸਾਹਿਬ, ਮੈਂ ਕਿਹਾ ਇਹ ਜਿਹੜੇ ਸ਼ਾਹ ਹੁਸੈਨ ਨੇ ਨਾ, ਇਹਨਾਂ ਦੀ ਜਿਹੜੀਆਂ ਨਜ਼ਮਾਂ ਹੈਗੀਆਂ, ਇਹ ਆਪਣੇ ਜਿਹੜੇ ਹੈਗੇ ਪੰਜਾਬੀ, ਜਿਹੜਾ ਪੰਜਾਬ ਦੀ ਜਿਹੜੀ ਹੈਗੀ ਬੋਰਡ ਦੇ ਵਿੱਚ ਜਿਹੜੇ ਹੈਗੇ, ਇਹ ਹਾਈ ਸਕੂਲ ਦੇ ਵਿੱਚ ਇਹ 2-3 ਇਹਨਾਂ ਦੇ ਸ਼ਬਦ ਹੈਗੇ ਨੇ, ਬਹੁਤ ਕਮਾਲ ਦੇ ਸ਼ਬਦ ਹੈਗੇ। ਪਤਾ ਨਹੀਂ ਹੁਣ ਹੈ ਕਿ ਨਹੀਂ ਹੈ, ਮੈਨੂੰ ਨਹੀਂ ਪਤਾ। ਹੁਣ ਭਾਵੇਂ ਉਹਨਾਂ ਨੇ ਕੱਢ ਵੀ ਦਿੱਤੇ ਹੋਣ, ਕਹਿ ਨਹੀਂ ਸਕਦੇ। ਨਿੱਜਰ ਸਾਹਿਬ, ਉਹ ਪਤਾ ਕੀ ਆ ਕਿ ਜਿਹੜੇ ਖੂਹ ਦਾ ਪਾਣੀ ਏਡਾ ਤਗੜਾ ਹੈ ਤੇ ਉਹ ਖੂਹ ਮਾੜਾ ਮੋਟਾ ਤੇ ਨਹੀਂ ਹੋਊਗਾ। ਹਾਂਜੀ, ਬਾਕੀ ਕੋਈ ਨਹੀਂ, ਮੈਂ ਇਹਨਾਂ ਦੀ ਨਜ਼ਮਾਂ ਜ਼ਰੂਰ ਪੜਾਂਗਾ ਨੈਟ ਤੇ ਚੈੱਕ ਕਰਕੇ। ਹਾਂਜੀ, ਪਹਿਲੀ ਤੋਂ ਬੋਲੋ। ਰੋਜ਼ਾ ਧਰੇ ਮਨਾਵੇ ਅੱਲੋ, स्वादत जी संगार है। आपा देख अवर नहीं देखे। हाँ जी बोलो। आपा देख अवर नहीं देखे, काहे को चख मारे। हाँ जी वीर जी। देखो इत्थे भी किड्डी सोहनी गल ते क्लीयर ही गल कीती है। कहंदे कि तू रोजे धरदा है, एक तरफ तू थुक नहीं अंदर लंघण दिंदा। और मैं खास करके मैं जो दुबई च रहिंदा सा, आबू धाबी मैं काम करदा सा, वो मुंडे ना काम बहुत करदे सी मुसलमान जिहड़े पाकिस्तान दे सी। पानी मजबूरी ना पीना ही पैना। उत्थे की कर लोगे? इन्नी गर्मी उत्थे ते तुसीं पानी पीता, तुहाडे शरीर च जालियां लगियां, पानी सारा बाहर नहीं पीओगे तो तुहानूं डिहाइड्रेशन हो जानी, बॉडी क्रैंप हो जानी, तुसीं डिग जाना। पर पीना पैना पानी। पर वो बेचारे शरेआम नहीं पी सकते, चोरी पींदे सी।
ਅਸੀਂ ਤੇ ਸਮਝਦੇ ਹਾਂ ਮਜਬੂਰੀ ਹੈ, ਪੀਣਾ ਹੀ ਪੈਣਾ। ਪਰ ਕਹਿਣ ਤੋਂ ਭਾਵ ਆ ਉੱਥੇ ਆਪਾਂ ਨੂੰ ਕਬੀਰ ਜੀ ਇਹ ਸਮਝਾ ਰਹੇ ਨੇ ਕਿ ਰੋਜ਼ਾ ਧਰਿਆ। ਰੋਜ਼ੇ ਦਾ ਮਤਲਬ ਕਿ ਬੜੀ ਉਹਨਾਂ ਦੇ ਲਈ ਰੋਜ਼ੇ ਬੜੇ ਉਹ ਰਿਸਪੈਕਟਫੁਲ ਚੀਜ਼ ਹੈ। ਤੇ ਤੁਸੀਂ ਕਿਤੇ ਕਿ ਤੇ ਤੁਸੀਂ ਧਰ ਕੇ ਰੱਬ ਨੂੰ ਖੁਸ਼ ਕਰ ਰਹੇ ਜੋ, ਸਹੀ ਨਜ਼ਰ ਸਾਹਿਬ? ਬਿਲਕੁਲ। ਤੇ ਦੂਜੀ ਤਰਫ ਕਹਿੰਦੇ ਤੁਸੀਂ ਜੀਵ ਹੱਤਿਆ ਕਰਦੇ, ਪਰ ਜੀਵ ਵੀ ਤੁਸੀਂ ਏਦਾਂ ਵੱਢਦੇ ਜੋ, ਮਾਰਦੇ ਨਹੀਂ ਤੁਸੀਂ ਉਹਨੂੰ, ਉਹਦੀ ਛੋਟੀ ਜਿਹੀ ਨਾੜ ਵੱਢਦੇ ਆ ਲੋਕ। ਤੇ ਉਹ ਫਿਰ ਥੋੜਾ ਥੋੜਾ ਖੂਨ ਉੱਥੋਂ ਨਿਕਲਦਾ, ਉਹਨੂੰ ਹਲਾਲ ਕਹਿੰਦੇ ਨੇ ਇਹ ਲੋਕ। ਬਿਲਕੁਲ। ਆਮ ਕਰਕੇ ਤੁਸੀਂ ਵੇਖੋਗੇ ਨਾ ਗਲਫ ਕੰਟਰੀਆਂ ਚ, ਉੱਥੇ ਜਦੋਂ ਕੋਈ ਇਹ ਚਿਕਨ ਚੁਕਨ ਮਟਨ ਐਰਾ ਵਗੈਰਾ ਜਿਹੜੀਆਂ ਚੀਜ਼ਾਂ ਵਿਕਦੀਆਂ ਨੇ, ਉੱਥੇ ਲਿਖਿਆ ਹੁੰਦਾ ਹਲਾਲ ਮਿੱਟ। ਇਹ ਨਜ਼ਰ ਸਾਹਿਬ? ਬਿਲਕੁਲ। ਕਹਿੰਦੇ ਕਲਮਾ ਪੜ੍ਹ ਕੇ ਅਸੀਂ ਜਿਹੜਾ ਹੈਗਾ ਪਰਮਾਤਮਾ ਦਾ ਕਲਮਾ ਪੜ੍ਹ ਕੇ ਜੰਨਤ 'ਚ ਗਿਆ ਆ ਇਹ, ਇਸ ਲਈ ਅਸੀਂ ਜਿਹੜਾ ਹਲਾਲ ਕੀਤਾ, ਇਹਨੂੰ ਹਰਾਮ ਨਹੀਂ ਕੀਤਾ। ਹਾਂ, ਤੇ ਹਲਾਲ ਕੀਤਾ ਤੇ ਤੂੰ ਕਿਉਂ ਨਹੀਂ ਚੱਲ ਜਾਂਦਾ ਜੰਨਤ? ਆਹੋ, ਹੈ ਨਜ਼ਰ ਸਾਹਿਬ? ਬਿਲਕੁਲ। ਇਹ ਜਿਹੜੇ ਲੋਕ ਜਿਹੜੇ ਗਾਂ ਇਹਨਾਂ ਨੂੰ ਕਹਿੰਦੇ ਨੇ, ਜਿਹੜੇ ਜਿਹਾਦੀ ਲੋਕ ਹੁੰਦੇ, ਉਹ ਵੇਖ ਲਓ ਵਿਚਾਰੇ ਇਹਨਾਂ ਦੇ ਕਹਿਣੇ ਅਨੁਸਾਰ ਲੱਕ ਨਾਲ ਬਾਬਾ ਬੰਨਦੇ ਆ ਤੇ ਭੀੜ 'ਚ ਜਾ ਕੇ ਬੰਦੇ ਮਾਰ ਦਿੰਦੇ ਆ। ਬੰਦਾ ਪੁੱਛੇ ਬੰਦੇ ਮਾਰਿਆ ਤੂੰ ਜੰਨਤ 'ਚ ਜਾਏਗਾ? ਪਰ ਇਹ ਲੋਕ ਵਿਸ਼ਵਾਸ ਕਰਦੇ ਆ। ਫਿਰ ਜੇ ਜਿਹੜਾ ਦੱਸਣ ਵਾਲਾ ਉਹ ਖੁਦ ਕਿਉਂ ਨਹੀਂ ਮਰ ਕੇ ਜੰਨਤ 'ਚ ਚੱਲ ਜਾਂਦਾ? ਸੋਚਣ ਵਾਲੀ ਗੱਲ ਤੇ ਇਹ ਵਾ। ਬਿਲਕੁਲ। ਪਰ ਇਹ ਲੋਕਾਂ ਦੇ ਮਨ 'ਚ ਇਹਨੂੰ ਕਹਿੰਦੇ ਨੇ ਹਿਪਨੋਟਾਈਜ਼, ਇਨਸਾਨ ਨੂੰ ਸੁਪੀਰੀਅਰ ਬਣਾ ਦੇਣਾ, ਐਸਾ ਝੂਠ ਸੁਣਾ ਦੇਣਾ ਕਿ ਵੀ ਤੂੰ ਜਿਹੜਾ ਇੱਥੇ ਸਾਡੇ ਕੋ ਆਇਆ ਹੈ, ਤੂੰ ਸਿੱਧਾ ਅੱਲਾ ਦੀ ਦਰਗਾਹ 'ਚ ਜਾਏਗਾ, ਤੂੰ ਜੰਨਤ 'ਚ ਜਾਏਗਾ। ਔਰ ਉਹ ਜੰਨਤ 'ਚ ਮਿਲਣਾ ਕੀ ਹੈ? ਉਹੀ। ਬਿਲਕੁਲ। ਕਲਪਨਾ ਕੀ ਕਰ ਲੋਗੇ? ਸ਼ਰਾਬ, ਮੀਟ, ਔਰਤਾਂ। ਪਰ ਉੱਥੇ ਔਰਤਾਂ ਵਾਸਤੇ ਕੀ ਮਿਲੂਗਾ ਉਹ ਨਹੀਂ ਦੱਸਿਆ। ਉਹ ਬਿਲਕੁਲ ਨਹੀਂ ਦੱਸਦੇ। ਉਹ ਕਿਉਂ ਨਹੀਂ ਦੱਸਦੇ? ਕਿਉਂਕਿ ਉਹਦੇ ਵਾਸਤੇ ਦੱਸਣਗੇ ਤੇ ਪੌੜਾ ਪੈ ਜਾਣਾ। ਇਹ ਜਸਟ ਦੇਖੋ ਆਪ ਲੋਕ ਇਹ ਕਿੱਦਾਂ ਇਹ ਕਰਦੇ ਨੇ। ਇਸ ਤੋਂ ਬਾਅਦ ਫਿਰ ਕਹਿੰਦੇ ਕਿ ਤੁਸੀਂ ਰੋਜ਼ਾ ਧਰਿਆ, ਤੁਸੀਂ ਅੱਲਾ ਨੂੰ ਮਨਾਉਂਦੇ ਜੋ ਰੋਜ਼ਾ ਧਰ ਕੇ। ਫਿਰ ਕਹਿੰਦੇ ਸਵਾਦ ਦੇ ਲਈ ਤੁਸੀਂ ਜਾਨਵਰ ਵੀ ਮਾਰੀ ਜਾਂਦੇ ਜੋ, ਉਹ ਵੀ ਤੁਸੀਂ ਹਲਾਲ ਕਰਦੇ ਜੋ। ਇਹ ਕਿੱਦਾਂ ਦਾ ਸਿਸਟਮ ਹੈਗਾ। ਫਿਰ ਅਗਲੇ ਬੰਦੇ ਕਹਿੰਦੇ ਆ ਆਪਾਂ ਦੇਖ ਕੇ, ਹਾਂਜੀ, ਆਪਾਂ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਝੱਕ ਮਾਰੇ। ਕਹਿੰਦੇ ਆਪਾਂ ਤੂੰ ਦੇਖਦਾ, ਆਪਣਾ ਸਵਾਰਥ ਦੇਖਦਾ ਹੈ, ਦੂਸਰੇ ਨੂੰ ਕੁਛ ਨਹੀਂ, ਦੂਸਰੇ ਦਾ ਤਾਂ ਖਿਆਲ ਹੀ ਨਹੀਂ ਕਰਦਾ ਤੂੰ। ਦੂਸਰੇ ਦਾ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋਏ, ਆਪਣਾ ਥੋੜਾ ਜਿਹਾ ਫਾਇਦਾ ਹੋ ਜਾਏ, ਬਸ ਉਹਨੇ ਕਰ ਦੇਣਾ। ਕਹਿੰਦੇ ਝੱਕ ਕਿਉਂ ਮਾਰ ਰਹੇ? ਫਿਰ ਇਹ ਰੋਜ਼ਾ ਧਰਨਾ ਔਰ ਸਾਰਾ ਕੁਛ ਕਰਨਾ, ਇਹ ਕਿਉਂ ਝੱਕ ਮਾਰ ਰਹੇ ਆ ਭਾਈ? ਹਾਂ, ਉਹ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਨੂੰ ਦੇਖਦੇ ਜੀ। ਉਹ ਬੰਦਾ ਕਾਹਦਾ ਜਿਹੜਾ ਆਪਣੇ ਆਪ ਨੂੰ ਦੇਖ ਰਿਹਾ? ਆਪ ਜਸਟ ਦੇਖੋ ਸਾਧ ਸੰਗਤ ਜੀ, ਜਿਹੜੇ ਰੁੱਖ ਦੀ ਛਾਂ ਕੇਵਲ ਉਹਦੇ ਵਾਸਤੇ ਉਹ ਕਿੱਦਾਂ ਦਾ ਰੁੱਖ ਹੋਊਗਾ? ਰੁੱਖ ਦਾ ਤੇ ਮਤਲਬ ਇਹ ਹੈ ਕਿ ਉਹਦੀ ਛਾਂ ਦਾ ਹਰ ਕੋਈ ਆਨੰਦ ਮਾਣੇ, ਉਹਦੇ ਲਾਗੇ ਤਣੇ ਦੇ ਲਾਗੇ ਕੋਈ ਜਾਵੇ ਤੇ ਉਹਨੂੰ ਅਨੁਭਵ ਕਰੇ, ਉਹਦਾ ਸੁੱਖ ਲਵੇ। ਤੇ ਜਿਹੜੇ ਰੁੱਖ ਦੀ ਛਾਂ ਕਿਸੇ ਲਈ ਨਹੀਂ ਆ, ਉਹ ਕਹਿੰਦੇ ਕਿ ਝਾਕੀ ਮਾਰ ਰਿਹਾ ਤੂੰ, ਇਸ ਤੋਂ ਫਾਇਦਾ ਕੀ ਹੈ? ਤੂੰ ਮਤਲਬ ਤੈਨੂੰ ਕੁਛ ਮਿਲਿਆ ਸੀ, ਇਤਿਹਾਸ ਪੜ੍ਹ, ਗ੍ਰੰਥ ਪੜ੍ਹ, ਇਹਨਾਂ ਕੀ ਲਿਖਿਆ? ਸਾਰੇ ਤੇ ਕਹਿੰਦੇ ਆ ਉਹਨਾਂ ਤੇ ਆਪਣਾ ਵੀ ਵੰਡਿਆ, ਤੂੰ ਲੋਕਾਂ ਦਾ ਖੋਲਿਆ। ਝੱਕ ਮਾਰ ਰਿਹਾ, ਕੋਈ ਚੰਗੀ ਚੀਜ਼ ਨਹੀਂ ਕਰ ਰਿਹਾ। ਠੀਕ ਹੈ, ਤੇਰੇ ਕੋਲ ਲੱਖ ਸੀ, ਉਹ ਚੋਂ 5-7 ਹਜ਼ਾਰ ਤੂੰ ਦੇਣਾ ਸੀ, ਤੂੰ ਦਿੱਤਾ ਨਹੀਂ, ਤੂੰ ਲੋਕਾਂ ਦਾ ਹੋਰ ਖੋਲਿਆ। ਕਹਿੰਦੀ ਝੱਕ ਕਿਉਂ ਮਾਰ ਰਿਹਾ? ਇਹ ਦੇਖੋ ਸਾਨੂੰ ਵੀ ਇਸ਼ਾਰਾ ਕਰ ਰਹੇ ਨੇ। ਜੇ ਤੇ ਤੇਰੇ ਕੋਲ ਹੈਗਾ ਸੀ, ਤੂੰ ਕੇਵਲ ਤੂੰ ਦਿੰਦਾ, ਤੂੰ ਦੂਜੇ ਨੂੰ ਦਿੰਦਾ ਤੇ ਪ੍ਰਮਾਤਮਾ ਵੀ ਖੁਸ਼ ਹੁੰਦਾ ਕਿ ਬਈ ਤੈਨੂੰ ਦਿੱਤਾ ਇਹਨੇ। ਹੁਣ ਮੰਨ ਲਓ ਆਪਣੇ ਕੋਲ ਟੈਂਕੀ ਮੇਰੇ ਕੋਲ 1000 ਲੀਟਰ ਦੀ, ਜਸਟ ਸੋਚੋ ਸਾਧ ਸੰਗਤ ਜੀ, ਮੈਂ ਇਕੱਲਾ ਹੀ ਪਾਣੀ ਪੀ ਜਾਂਦਾ ਵਾਂ, ਲਾਗੇ ਮੇਰੇ ਲੋਕ ਪਿਆਸੇ ਬੈਠੇ ਆ, ਕੀ ਇਹ ਚੰਗੀ ਚੀਜ਼ ਹੈ? ਬਿਲਕੁਲ। ਮੇਰੇ ਕੋਲ ਇਕੱਲੇ ਪਊ, ਮੈਂ ਇੱਥੇ ਇਕੱਲਾ ਰੋਟੀਆਂ ਖਾਈ ਜਾਂਦਾ ਵਾਂ ਘਿਓ ਦੇ ਨਾਲ ਚੋਪੜ ਕੇ। ਇੱਥੇ ਮੇਰੇ ਆਂਢ ਗੁਆਂਢ ਵਿਚਾਰਿਆਂ ਨੂੰ ਸੁੱਕੀਆਂ ਰੋਟੀਆਂ ਨਹੀਂ ਮਿਲਦੀਆਂ। ਅਸਕਰ ਜ਼ਿਆਦਾ ਤਾਂ ਨਹੀਂ, 1-2 ਘਰ ਮੈਂ ਵੇਖਾਂ ਜਿੱਥੇ ਲੋੜਵੰਦ ਹੈਗੇ ਨੇ। ਇਹ ਚੀਜ਼ ਬੜੀ ਜ਼ਰੂਰੀ ਹੈ। ਪਲੀਜ਼, ਜੇ ਸਾਨੂੰ ਕੁਝ ਦਿੱਤਾ ਨਾ ਰੱਬ ਨੇ, ਤੇ ਉਹਦੇ ਤੇ ਸਾਡਾ ਇਕੱਲਿਆਂ ਦਾ ਅਧਿਕਾਰ ਨਹੀਂ ਆ। ਇਹ ਗੱਲ ਉਹੀ ਕਹਿ ਰਹੇ ਨੇ ਕਬੀਰ ਜੀ, ਆਪਾਂ ਦੇਖੇ, ਤੂੰ ਇਕੱਲਾ ਆਪਣਾ ਹੀ ਦੇਖਦਾ, ਤੂੰ ਕਬਜ਼ਾ ਕਰਕੇ ਬਹਿ ਗਿਆ, ਸੱਪ ਬਣ ਗਿਆ, ਸੱਪ ਬਣ ਕੇ ਤੂੰ ਬਹਿ ਗਿਆ। ਕੋਈ ਤੈਨੂੰ ਨਹੀਂ ਪਤਾ ਲੱਗਦਾ ਕਿ ਪ੍ਰਮਾਤਮਾ ਨੇ ਤੈਨੂੰ ਜਰੀਆ ਬਣਾਇਆ, ਤੈਨੂੰ ਸਾਧਨ ਬਣਾਇਆ, ਪਰ ਤੂੰ ਤੇ ਕਹਿੰਦਾ ਕਿ ਮੇਰਾ ਹੀ ਹੈ। ਛੋਟੇ ਬੱਚਿਆਂ ਨੂੰ
ਹਾਂਜੀ ਨਿੱਜਰ ਸਾਹਿਬ ਅੱਗੇ ਤੋਂ ਕੋਈ ਉਹ ਸੱਪ ਨੇ ਤਾਂ ਮਰ ਜਾਣਾ ਗੁਰਕੀ ਸਾਹਿਬ, ਫਿਰ ਉਹ ਜਿਹੜੀ ਆ ਉਹ ਜਿਹਦੇ ਉੱਤੇ ਬੈਠਾ ਹੈ ਉਹ ਦੂਜਿਆਂ ਨੇ ਹੜਪ ਲੈਣੀ ਆ। ਆਪ ਜਦੋਂ ਉਹ ਹੜਪਣਗੇ ਉਹਦੀ ਕੋਈ ਕੀਮਤ ਨਹੀਂ ਆ। ਹਾਂ ਜੇ ਕੋਈ ਛੱਡ ਦਿੰਦਾ ਹੈ, ਮਾਇਆ ਇੱਕ ਹੋਰ ਚੀਜ਼ ਜੇ ਤੁਸੀਂ ਛੱਡੋਗੇ ਨਾ ਤੇ ਇਹਦੀ ਕੀਮਤ ਆ। ਥੋੜਾ ਛੱਡ ਕੇ ਵੇਖੋ, ਥੋੜਾ ਜਿਹਾ ਮੁਕਤ ਹੋ ਜਾਓਗੇ। ਦੇਖੋ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਧਨ ਜੇ ਤਪੱਸਿਆ ਦਾ ਮਤਲਬ ਪਤਾ ਕੀ ਹੈ? ਤਪੱਸਿਆ ਆਪਾਂ ਲੋਕ ਸੁਣ ਤੇ ਲੈਂਦੇ, ਤਪੱਸਿਆ ਕੀ? ਤਪੱਸਿਆ ਦਾ ਮਤਲਬ ਹੈ ਸੁੱਖ ਆਵੇ ਦੁੱਖ ਆਵੇ ਉਹਨੂੰ ਹਜਮ ਕਰਨ ਦੀ ਕਪੈਸਿਟੀ। ਇਹ ਨਹੀਂ ਸੁੱਖ ਆਇਆ ਤਾਂ ਬੰਦਾ ਪਾਗਲ ਹੋ ਜਾਏ, ਪਰ ਬੰਦਾ ਏਦਾਂ ਕਰਦਾ। ਤੁਸੀਂ ਵੇਖਿਆ ਹੋ ਜਿਵੇਂ ਜਿਵੇਂ ਸੁੱਖ ਵੱਧ ਗਿਆ ਬੰਦੇ ਦੇ ਅੰਦਰ ਹੰਕਾਰ ਵੱਧਦਾ। ਹੰਕਾਰ ਕਿੱਥੋਂ ਫਿਰ ਸਾਬਤ ਕਰਨਾ ਹੈ? ਉਹ ਏਦਾਂ ਦੀਆਂ ਚੀਜ਼ਾਂ ਖਰੀਦੇਗਾ ਜਿਹਦੇ ਕਰਕੇ ਉਹਦੀ ਉੱਠਣ ਕਿ ਲੋਕ ਮੈਨੂੰ ਜਾਣਨ। ਇਹ ਵੈਸੇ ਕੋਈ ਚੀਜ਼ ਵੱਡੀ ਲੈਣੀ ਮਾੜੀ ਚੀਜ਼ ਨਹੀਂ ਆ, ਪਰ ਇਨਸਾਨ ਏਦਾਂ ਕਰਦਾ ਹੈ। ਫਿਰ ਦੁੱਖ ਜਦੋਂ ਹੁਣ ਸੁੱਖ ਦੇ ਵਿੱਚ ਜਿਹਨੇ ਆਪਣੇ ਆਪ ਨੂੰ ਨਹੀਂ ਸਥਿਰ ਰੱਖਿਆ, ਫਿਰ ਜਦੋਂ ਦੁੱਖ ਆਉਂਦਾ ਹੈ ਫਿਰ ਉਹ ਬੰਦਾ ਚੀਕਾਂ ਮਾਰਦਾ ਹੈ, ਕਿਉਂਕਿ ਉਹਦੇ ਬਾਰੇ ਪਤਾ ਹੀ ਨਹੀਂ ਹੈ। ਜਾਂ ਜਿਹਨੇ ਬੰਦੇ ਨੇ ਸੁੱਖ ਨੂੰ ਹਜਮ ਕੀਤਾ ਹੈ, ਫਿਰ ਜਦੋਂ ਉਹਨੂੰ ਦੁੱਖ ਆਊਗਾ ਦੁੱਖ ਵੀ ਉਹਨੂੰ ਕੁਛ ਨਹੀਂ ਕਹੂਗਾ। ਪਰ ਜਿਹਨੇ ਸੁੱਖ ਆਇਆ ਤੇ ਭੜਕਾਂ ਮਾਰੀਆਂ ਨੇ, ਮੁੜ ਕੇ ਦੁੱਖ ਆਇਆ ਨਾ, ਉਹਨੂੰ ਦੁੱਖ ਨੇ ਅਸਰ ਬਹੁਤ ਕਰਨਾ ਹੈ। ਉਹ ਬਹੁਤ ਪਾਵਰਫੁਲ ਹੋ ਗਿਆ। ਹਾਂਜੀ ਨਿੱਜਰ ਸਾਹਿਬ। ਕਾਜੀ ਸਾਹਿਬ ਏਕ ਕਹਿੰਦੇ ਹੈ, ਕਾਜੀ ਦੇਖ ਉਹ ਸਾਹਿਬ ਇੱਕੋ ਹੀ ਹੈਗਾ, ਪੂਰੀ ਦੁਨੀਆ ਦਾ, ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਹੈ ਸਾਹਿਬ, ਮਾਲਕ ਇੱਕੋ ਹੀ ਹੈ। ਕਾਜੀ ਸਾਹਿਬ ਏਕ ਤੋ ਹੀ ਮੈਂ, ਤੇਰੇ ਅੰਦਰ ਵੀ ਹੈਗਾ, ਉਹ ਤੇਰਾ ਵੀ ਹੈਗਾ ਤੇ ਸਾਰਿਆਂ ਦਾ ਹੈਗਾ। ਸੋਚ ਵਿਚਾਰ ਨਾ ਦੇਖੇ, ਤੂੰ ਸੋਚ ਵਿਚਾਰ ਨਹੀਂ ਕਰ ਸਕਦਾ ਇਸ ਗੱਲ ਦੇ ਉੱਤੇ? ਤੂੰ ਵਿਚਾਰ ਕਰ ਲਾ, ਸਮਾਂ ਲੈ ਲਾ, ਵਿਚਾਰ ਕਰਕੇ ਦੇਖ। ਖਬਰ ਨਾ ਕਰੇ ਦੀਨ ਕੇ ਬੌਰੇ ਤਾਂ ਤੇ ਜਨਮ ਅਲੇਖ ਹੈ ਰਹਾਓ। ਤੂੰ ਇੰਨਾ ਜ਼ਿਆਦਾ ਸ਼ਰ੍ਹਾ ਦੇ ਵਿੱਚ, ਦੀਨ ਦੇ ਵਿੱਚ, ਸ਼ਰ੍ਹਾ ਦੇ ਵਿੱਚ ਵੀ ਆਹੀ ਧਰਮ ਹੈਗਾ ਭਾਈ, ਆਹ ਰਹਿਤ ਮਰਿਆਦਾ ਹੈਗੀ, ਆਹੀ ਧਰਮ ਹੈਗਾ। ਕਹਿੰਦੇ ਇਹਦੇ ਵਿੱਚ ਇੰਨਾ ਜ਼ਿਆਦਾ ਖੁੱਭਿਆ ਹੋਇਆ ਆ, ਤੇ ਤੂੰ ਜਿਹੜਾ ਹੈਗਾ ਇਹ ਭਗਤੀ ਜਿਹੜੀ ਹੈਗੀ ਆ, ਉਹ ਭਗਤੀ ਕੀ ਕਹਿੰਦੇ ਕਿਹਨੂੰ ਆ? ਉਹੀ ਭੁੱਲਿਆ ਬੈਠਾ ਆ। ਖਬਰ ਨਾ ਕਰੇ ਦੀਨ ਕੇ ਬੌਰੇ ਤਾਂ ਤੇ ਜਨਮ ਅਲੇਖ ਹੈ ਰਹਾਓ। ਤੇਰਾ ਇਹ ਮਨੁੱਖੀ ਜੂਨ ਪਾਈ ਸੀ ਸਿਖਰਲੇ ਡੰਡੇ ਤੇ, ਇੱਕ ਛਲਾਂਗ ਹੋਰ ਸੀਗੀ ਪਰਮਾਤਮਾ ਵੱਲ ਨੂੰ, ਤੇ ਤੂੰ ਜਿਹੜਾ ਹੈਗਾ ਆਹ ਜਿਹੜੀ ਹੈਗੀ ਆਪਣਾ ਚਾਂਸ ਜਿਹੜਾ ਹੈਗਾ ਇਹ ਗਵਾ ਲਿਆ। ਇਹ ਤੇਰਾ ਲੇਖੇ ਦੇ ਵਿੱਚ ਨਹੀਂ ਆਇਆ, ਇਹ ਤੇਰਾ ਚਾਂਸ ਫੇਲੂਅਰ ਹੋ ਗਿਆ। ਹੁਣ ਤੂੰ ਥੱਲੇ ਪਤਾ ਨਹੀਂ ਕਿੱਥੇ ਤੱਕ ਜਾਏਗਾ ਡਿੱਗ ਕੇ। ਹਾਂਜੀ ਵੀਰ ਜੀ ਰਹਾਓ। ਹਾਂਜੀ ਫਿਰ ਉਹ ਇਕੱਲੇ ਕਾਜੀ ਨੂੰ ਨਹੀਂ ਕਹਿ ਰਹੇ। ਜੇ ਮੈਂ ਕਾਜੀ ਤੇ ਗੱਲ ਖਤਮ ਕਰ ਦੇਵਾਂ ਨਾ ਤੇ ਬਹੁਤ ਛੋਟੀ ਜੀ ਗੱਲ ਰਹਿ ਜਾਏ। ਇਹ ਹਰ ਉਸ ਇਨਸਾਨ ਨੂੰ ਕਹਿ ਰਹੇ ਨੇ ਜਿਹਦੇ ਕੋਲ ਰੁਤਬਾ ਹੈਗਾ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਹੈਲੋ, ਰੁਤਬਾ ਤੇ ਗੋਰਖੀ ਸਾਹਿਬ ਰੁਤਬਾ ਹੈਗਾ, ਤੇ ਰੁਤਬੇ ਤੋਂ ਜਿਹਦੇ ਕੋਲ ਨਹੀਂ ਵੀ ਰੁਤਬਾ ਹੈਗਾ ਨਾ, ਉਹਦੇ ਵਾਸਤੇ ਵੀ ਗੱਲ ਹੈਗੀ ਆ। ਰੁਤਬਾ ਤੇ ਨਿੱਜਰ ਸਾਹਿਬ ਸਾਰਿਆਂ ਕੋ ਹੈਗਾ। ਹਾਂ, ਰੁਤਬੇ ਤੋਂ ਬਿਨਾਂ ਕੋਈ ਹੈਗਾ? ਮਾੜਾ ਜੇ ਕਿਸੇ ਨੂੰ ਕਹੋ ਤੇ ਅਗਲਾ ਕਹਿੰਦਾ ਤੈਨੂੰ ਪਤਾ ਮੈਂ ਕੌਣ ਹੈਗਾ। ਹਾਂ ਬਸ ਬਿਲਕੁਲ ਠੀਕ ਹੈ ਜੀ। ਠੀਕ ਹੈ। ਕਹਿੰਦਾ ਕਿ ਤੁਸੀਂ ਵਿਚਾਰ ਨਹੀਂ ਕਰਦੇ ਕਾਜੀ ਸਾਹਿਬ ਕਿ ਜਿਹੜਾ ਪਰਮਾਤਮਾ ਹੈ ਉਹ ਇਹ ਕਾਜੀ ਸਾਹਿਬ ਇੱਕ ਤੋਂ ਹੀ। ਇਹ ਦੁਬਾਰਾ ਬੋਲੋ ਨਿੱਜਰ ਸਾਹਿਬ। ਕਾਜੀ ਸਾਹਿਬ ਇੱਕ ਸਾਹਿਬ ਇੱਕ ਹੈਗਾ, ਤੋ ਹੀ ਮੈਂ, ਤੇਰੇ ਅੰਦਰ ਵੀ ਹੈਗਾ, ਤੇਰਾ ਵੀ ਹੈਗਾ, ਉਹ ਸਾਰਿਆਂ ਦਾ ਹੈਗਾ। ਸੋਚ ਵਿਚਾਰ ਨਾ ਦੇਖੈ, ਤੂੰ ਸੋਚ ਵਿਚਾਰ ਨਹੀਂ ਕਰਕੇ ਇਸ ਗੱਲ ਨੂੰ ਸਮਝ ਰਿਹਾ। ਹਾਂ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਮੁਸਲਮਾਨ ਜਿਹੜੇ ਹੁੰਦੇ ਨਾ, ਇਹਨਾਂ ਦੇ ਮਨ 'ਚ ਇੱਕ ਦਿਮਾਗ 'ਚ ਇਹਨਾਂ ਦੇ ਨਾ, ਦੇਖੋ ਬੜੇ ਲੋਕ ਗਲਤ ਆ ਜਾਂਦੇ ਨੇ ਧਰਮਾਂ ਦੇ ਵਿੱਚ। ਫਿਰ ਉਹ ਕੀ ਕਰਦੇ ਕਿ ਧਰਮ ਨੂੰ ਨਾ ਰੌਂਗ ਕਰ ਦਿੰਦੇ ਆ। ਬਿਲਕੁਲ ਇਹਨਾਂ ਦੇ ਮਨ 'ਚ ਇੱਕ ਬਾਤ ਦਿੱਤਾ ਹੈ ਕਿ ਜਿਹੜਾ ਵੀ ਬੰਦਾ ਮੁਸਲਮਾਨ ਹੈ ਨਾ ਉਹ ਜੰਨਤ 'ਚ ਜਾਏਗਾ। ਉਹਨੂੰ ਪਤਾ ਮੋਮਨ ਕਹਿੰਦੇ ਆ, ਦੂਜੇ ਨੂੰ ਕਹਿੰਦੇ ਆ ਕਾਫਰ। ਆਹ ਕਾਫਰ ਹੁਣ ਵੇਖੋ ਇੱਥੇ ਲਾਗੇ ਉਹ ਦੇਸ਼ ਜਿਹੜਾ ਤੇ ਅਮਰੀਕਾ ਚਲ ਗਈ, ਅਫਗਾਨਿਸਤਾਨ, ਤੇ ਵੇਖੋ ਕਿੱਦਾਂ ਆਪਣੇ ਬੰਦੇ ਨੂੰ ਵੱਡੀ ਜਾਂਦੇ। ਹਾਂ, ਉਹ ਵੀ ਮੁਸਲਮਾਨ, ਇਹ ਵੀ ਮੁਸਲਮਾਨ। ਉਹਨਾਂ ਲਈ ਇਹਨਾਂ ਲਈ ਕੋਈ ਧਰਮ ਨਹੀਂ ਹੈਗਾ। ਬਿਲਕੁਲ। ਪਰ ਇਹ ਕਹਿੰਦੇ ਤੇ ਧਰਮ ਆ। ਹੁਣ ਇੱਥੇ ਕੀ ਮੁਸਲ ਦਾ ਮਾਨ ਦਾ ਮਤਲਬ ਹੈਗਾ ਈਮਾਨ, ਜਿਹਦਾ ਈਮਾਨ ਸਾਬਤ ਆ, ਮਤਲਬ ਦਾਗ ਤੋਂ ਰਹਿਤ ਆ। ਮੁਸਲਮਾਨ ਦਾ ਮਤਲਬ ਇਹ ਆ
ਪਰ ਇਹ ਜਿਹੜਾ ਕਿਸੇ ਦੀ ਧੌਣ ਵੱਡੀ ਜਾਣਦੇ ਆ ਵਾ ਉਹ ਕਿਹੜਾ ਮੁਸਲਮਾਨ ਹੋ? ਉਹ ਅੱਜ ਵੇਖਿਆ ਇੱਕ ਬੰਦੇ ਦਾ ਗੁੱਟ ਵੱਡੀ ਜਾਣਦੇ ਆਪ ਜਸਟ ਸੋਚੋ। ਪਰ ਸਾਡੇ ਧਰਮ ਚ ਤੇ ਕਿਤੇ ਕਿਹਾ ਹੀ ਨਹੀਂ। ਉਹ ਸਾਡੇ ਧਰਮ ਚ ਤੇ ਕਹਿੰਦੇ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਔਰ ਉਹਨਾਂ ਨੇ ਗੱਲ ਕਹੀ ਨਹੀਂ ਜੇ ਇਹ ਸਾਡੇ ਹੁਣ ਜਿਹੜੇ ਆ ਗਏ ਆ ਥੋੜਾ ਜਿਹਾ ਸਿਸਟਮ ਆਊਟ ਕਰ ਗਏ ਆ। ਸਾਈਂ ਮੀਆਂ ਮੀਰ ਜੀ ਆ ਕੇ ਕੰਨ ਨਹੀਂ ਰੱਖ ਰਹੇ ਨੇ। ਰਵਿਦਾਸ ਜੀ ਦੀ ਬਾਣੀ, ਕਬੀਰ ਜੀ ਦੀ ਬਾਣੀ, ਕਿੰਨੇ ਭਗਤਾਂ ਦੀ ਬਾਣੀ, ਭੱਠਾਂ ਦੀ ਬਾਣੀ। ਆਪ ਜਸਟ ਸੋਚੋ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਆਪਣੇ ਟਾਈਮ ਤੇ ਵੇਖੋ ਕਿੰਨੇ ਲੋਕਾਂ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਵੀ ਪੈਸੇ ਦਿੱਤੇ ਸੀ ਕਿ ਬਈ ਤੁਸੀਂ ਆਪਣੀਆਂ ਜੇ ਤੁਹਾਡੇ ਮਨ ਚ ਇੱਛਾ ਹੈਗੀ ਆ ਧਰਮ ਦੇ ਕਾਰਜ ਕਰੋ। ਐਵੇਂ ਨਹੀਂ ਸ਼ੇਰੇ ਪੰਜਾਬ ਸੀ ਉਹ ਹੁਣ ਲੋਕੀ ਜੋ ਮਰਜ਼ੀ ਕਹੀ ਜਾਣ ਇਤਿਹਾਸ ਕਦੇ ਬਦਲ ਨਹੀਂ ਚੱਲਿਆ। ਇਸ ਕਹਿਣ ਤੋਂ ਭਾਵ ਹੈ ਕਿ ਸਾਧ ਸੰਗਤ ਜੀ ਜ਼ਿੰਦਗੀ ਜਿਹੜੀ ਹੁੰਦੀ ਹੈ ਨਾ, ਜ਼ਿੰਦਗੀ ਦੀ ਕੀਮਤ ਇੱਕ ਗੱਲ ਯਾਦ ਰੱਖਣੀ, ਇਸ ਗੱਲ ਨੇ ਨਿਰਧਾਰਿਤ ਕਰਨੀ ਆ ਤੁਸੀਂ ਲੋਕਾਂ ਦੇ ਕਿੰਨੇ ਕੁ ਕੰਮ ਚ ਆਏ, ਤੁਸੀਂ ਕੀਤਾ ਕੀ। ਤੁਸੀਂ ਕਹਿੰਦੇ ਨਾ ਕਿ ਉਹ ਜਦੋਂ ਅਕਬਰ ਨੇ ਇੱਕ ਦੀਨ-ਏ ਇਲਾਹੀ ਧਰਮ ਪੈਦਾ ਕੀਤਾ ਤੇ ਉਹਦੇ ਉਸਤਾਦ ਨੇ ਕਹਿਤਾ ਕਿ ਮੈਂ ਤੈਨੂੰ ਐਜ਼ ਏ ਰਾਜਾ ਮੰਨ ਸਕਦਾ ਹਾਂ ਪਰ ਮੈਂ ਤੈਨੂੰ ਐਜ਼ ਏ ਪੈਗੰਬਰ ਨਹੀਂ ਮੰਨ ਸਕਦਾ। ਬਿਲਕੁਲ। ਉਹ ਕਹਿੰਦਾ ਕਿ ਪੈਗੰਬਰ ਦਾ ਮਤਲਬ ਪੈਗਾਮ। ਤੂੰ ਕੀ ਲੈ ਕੇ ਆਇਆ ਪੈਗਾਮ ਪਰਮਾਤਮਾ ਦਾ? ਆਪਣੇ ਕੋਲ ਵੀ ਪੈਗਾਮ ਹੈਗਾ। ਪੈਗਾਮ ਕੀ ਹੈ? ਜਿੰਨੀ ਕਿ ਸਾਡੇ ਕੋਲ ਪਾਵਰ ਹੈਗੀ ਆ ਉਸ ਲੈਵਲ ਤੇ ਕੁਛ ਨਾ ਕੁਛ ਤੇ ਦੇ ਕੇ ਜਾਈਏ ਨਾ ਕਿ ਖੋਲੀਏ। ਦੇਖ ਲੋ ਆਪਾਂ ਤੇ ਖੋਵਾਂਗੇ ਤੇ ਫਿਰ ਉਹ ਕਿਹੜਾ ਪੈਗਾਮ ਹੋਇਆ? ਪਰਮਾਤਮਾ ਨੇ ਤੇ ਕਹਿਣਾ ਹੀ ਹੈ ਵੀ ਤੈਨੂੰ ਹੱਥ ਪੈਰ ਦਿੱਤੇ ਸੀ, ਤੇਰਾ ਸਾਰਾ ਕੁਝ ਚੱਲਦਾ ਸੀ ਭਾਈ, ਤੂੰ ਕੁਛ ਦੇ ਕੇ ਆਉਣਾ ਸੀ, ਵੰਡਣਾ ਸੀ, ਲੰਗਰ ਵਾਂਗੂ ਕੁਝ ਦੇ ਕੇ ਆਉਂਦਾ। ਤੂੰ ਲੋਕਾਂ ਤੇਰਾ ਦੇਣਾ ਕਿ ਤੂੰ ਲੋਕਾਂ ਦਾ ਖੋ ਕੇ ਲੈ ਆ। ਅਬ ਜਸਟ ਸੋਚੋ ਇਹ ਚੀਜ਼ਾਂ ਹੈ ਨੇ। ਇੱਕ ਤੇ ਚੀਜ਼ ਮੇਰੇ ਕੋ ਸੀ, ਮੇਰੇ ਕੋ ਹੈ ਥੋੜੀ ਹੈ। ਮੈਂ ਨਹੀਂ ਕਹਿੰਦਾ ਮੇਰੇ ਕੋ ਬੜੇ ਢੇਰ ਲੱਗੇ ਆ, ਮੇਰੇ ਕੋ ਵੀ ਮੈਂ ਕਿਸੇ ਦੀ ਮਦਦ ਕਰਾਂਗਾ ਆਸਾਨ ਨਹੀਂ ਆ। ਮੈਨੂੰ ਆਪਣੀ ਬੈਂਕ ਚੋਂ ਕੁਛ ਨਾ ਕੁਛ ਤੇ ਕੱਢ ਕੇ ਦੇਣਾ ਹੀ ਪਊਗਾ ਨਾ। ਪਰ ਇਹ ਦੂਜੀ ਤਰਫ ਮੈਂ ਲੋਕਾਂ ਦਾ ਖੋ ਕੇ ਆਪਣੀ ਬੈਂਕ ਚ ਪਾ ਲਿਆ। ਕੀ ਉਹ ਧਰਮ ਹੈ? ਕੀ ਉਹ ਪਰਮਾਤਮਾ ਖੁਸ਼ ਹੋਊਗਾ ਉਹ ਚੀਜ਼ ਨੂੰ ਦੇਖ ਕੇ? ਪਰ ਇਨਸਾਨ ਏਦਾਂ ਕਰ ਰਿਹਾ। ਔਰ ਪੈਸਾ ਕਿੱਥੋਂ ਆ ਰਿਹਾ? ਇਹ ਪੈਸਾ ਆਪ ਸਮਝਦੇ ਨਾ, ਪਰ ਇੱਕ ਐਸੀ ਚੀਜ਼ ਹੈ ਇਹਨੂੰ ਇਕੱਠਾ ਕਰਨ ਦੇ ਨਾਲ ਤੁਸੀਂ ਸ਼ਾਂਤ ਨਹੀਂ ਹੋ ਸਕਦੇ। ਤੁਹਾਡੇ ਅੰਦਰ ਅਸ਼ਾਂਤੀ ਵਧੇਗੀ, ਫਿਰ ਡਿਪਰੈਸ਼ਨ, ਐਂਗਜ਼ਾਇਟੀ, ਫਿਰ ਬੰਦੇ ਪਾਗਲ ਹੋ ਜਾਂਦੇ ਨੇ ਅੰਦਰੋਂ। ਇੰਨਾ ਚਿੰਤਨ, ਰਾਤ ਨੂੰ ਫਿਰ ਸ਼ਰਾਬ ਪੀਣੀ ਪੈਣੀ ਹੈ ਬੰਦੇ ਨੂੰ, ਉਹਦਾ ਨੀਂਦ ਨਹੀਂ ਆਉਣੀ। ਹੋਰ ਕੋਈ ਉਲਟੇ ਪੁਲਟੇ ਕੰਮ ਕਰੇਗਾ, ਇੰਦਰੀਆਂ ਦੇ ਭੋਗਾਂ ਨੂੰ ਭੋਗੇਗਾ। ਕਿਸੇ ਤਰ੍ਹਾਂ ਉਹ ਚਾਹੁੰਦਾ ਹੈ ਕਿ ਮੈਂ ਇਹਨੂੰ ਭੁੱਲਾਂ, ਜਿਹੜੀ ਅੰਦਰ ਜਿਹੜਾ ਇੰਨਾ ਮੈਂ ਚਿੰਤਨ ਕਰ ਲਿਆ ਉਹਨੂੰ ਸ਼ਾਂਤ ਕਰਾਂ। ਪਰ ਸ਼ਾਂਤ ਕਿੱਥੋਂ ਹੋਊਗਾ? ਜਿਹੜੀ ਚੀਜ਼ ਤੂੰ ਇਕੱਠੀ ਕਰ ਰਹੀ ਹੈ, ਜਿੱਥੇ ਤੂੰ ਬੈਠਾ ਹੈ ਉਹ ਤੇਰੀ ਨਹੀਂ ਆ। ਮਹਿਲ ਪਾ ਲਿਆ, ਵੱਡਾ ਮਹਿਲ ਪਾ ਲਿਆ, ਉਹ ਮਹਿਲ ਦੇ ਵਿੱਚ ਮਾਲਕੀ ਦਾ ਲੱਗਾ ਹੈ। ਜੇਕਰ ਤੇ ਮੇਰੇ ਕੋਲ ਕੁਟੀਆ ਹੈਗੀ ਆ ਕੋਈ ਪ੍ਰੋਬਲਮ ਨਹੀਂ ਆ, ਮੇਰੀ ਆ ਨਾ। ਉਹ ਜਦੋਂ ਜਿਹੜਾ ਮਕਾਨ ਪਾਇਆ ਹੈ ਉਹ ਪੈਸੇ ਮੇਰੇ ਨਹੀਂ ਆ, ਕਿੱਥੋਂ ਆਏ ਨੇ? ਫਿਰ ਪਰੇਸ਼ਾਨ ਕਰਨਗੇ ਨਾ ਆਪਾਂ ਨੂੰ, ਫਿਰ ਉੱਤੇ ਨੀਂਦ ਨਹੀਂ ਆਉਣੀ, ਰਾਤ ਨੂੰ ਗੋਲੀ ਖਾ ਕੇ ਸੌਣਾ ਪਊਗਾ। ਹਾਂਜੀ ਸਾਧ ਸੰਗਤ ਜੀ, ਇਸੇ ਕਰ ਕਹਿੰਦੇ ਨੇ ਕਿ ਕਾਜੀ ਤੂੰ ਵਿਚਾਰ ਕਿਉਂ ਨਹੀਂ ਕਰਦਾ ਕਿ ਸਾਹਿਬ ਇਹ ਕਿਆ ਉਹ ਪਰਮਾਤਮਾ ਇੱਕ ਕਿਆ, ਤੂੰ ਐਡੀ ਵੱਡੀ ਪੋਸਟ ਤੇ ਬਹਿ ਕੇ ਤੂੰ ਸੋਚ ਵਿਚਾਰ ਨਹੀਂ ਕਰਦਾ। ਆਪ ਦੇਖੋ ਬਾਣੀ ਕੀ ਕਹਿ ਰਹੀ ਆ। ਬਾਣੀ ਨਹੀਂ ਕਹਿੰਦੀ ਮਾਲਾ ਫੇਰ, ਬਾਣੀ ਕਹਿੰਦੀ ਆ ਕਿ ਤੂੰ ਜੀਵਨ ਨੂੰ ਬੰਦੇ ਦੇ ਪੁੱਤ ਵਾਂਗੂ ਬਤੀਤ ਕਰ। ਤੂੰ ਕਾਜੀ ਬਣ ਗਿਆ, ਇਹਦਾ ਮਤਲਬ ਨਹੀਂ ਹੈ ਕਿ ਤੂੰ ਜੋ ਕਵੇਂਗਾ ਫਤਵਾ ਲਾ ਦੇਗਾ, ਜੋ ਮਰਜ਼ੀ ਕਰ ਲੇਗਾ। ਪਰ ਮੇਰੀ ਗੱਲ ਯਾਦ ਰੱਖੀ, ਤੇਰੇ ਕੋ ਪਾਵਰ ਹੈਗੀ ਤੇ ਜੇ ਤੂੰ ਆ ਪਰਮਾਤਮਾ ਸਾਰੀ ਜਗ੍ਹਾ ਤੇ ਸਰਵ ਵਿਆਪਕ ਹੀ, ਜੇ ਤੂੰ ਗਲਤ ਬੰਦੇ ਨਾਲ ਸਹੀ ਬੰਦੇ ਨਾਲ ਗਲਤ ਕੰਮ ਕਰੇਗਾ ਨਾ ਤੇ ਤੈਨੂੰ ਪ੍ਰੋਬਲਮ ਹੋ ਜਾਣੀ। ਤੇ ਇਹ ਗੱਲ ਦੀ ਵਿਚਾਰ ਕਰ, ਮੈਂ ਤੈਨੂੰ ਵਾਰਨ ਕਰ ਰਿਹਾ। ਹਾਂਜੀ ਨਿੱਜਰ ਸਾਹਿਬ, ਖਬਰ ਨਾ ਕਰੇ ਦੀਨ ਕੇ ਬਾਰੇ, ਕਹਿੰਦੇ ਇਹ ਗੱਲ ਨੂੰ ਤੂੰ ਸਮਝਦਾ ਹੀ ਨਹੀਂ ਆ। ਇਹ ਗੱਲ ਨੂੰ ਤਾਂ, ਇਹ ਖਬਰ ਜਿਹੜੀ ਹੈਗੀ, ਇਹ ਗੱਲ ਜਿਹੜੀ ਹੈਗੀ, ਇਹਦੇ ਤੇ ਤਾਂ ਧਿਆਨ ਦਿੰਦਾ ਹੀ ਨਹੀਂ ਤੂੰ। ਤਾਂ ਤੇ ਜਨਮ ਅਲੇਖਾ ਰਹਾਓ। ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ, ਕੁਛ ਨਹੀਂ ਹੋਣਾ ਕਿਸੇ ਦਾ, ਤੇ ਤੇਰਾ ਜਿਹੜਾ ਹੈਗਾ ਤੂੰ ਫੇਲੂਅਰ ਹੋ ਜਾਣਾ ਹੈ ਜੀਵਨ ਦੇ ਵਿੱਚ। ਤੇਰੇ ਕੋਲ ਇਹ ਮਨੁੱਖੀ ਜੂਨ ਜਿਹੜੀ ਹੈਗੀ, ਇਹ ਸਿਖਰਲਾ ਡੰਡਾ ਖੁੱਸ ਜਾਣਾ ਹੈ ਔਰ ਫਿਰ ਪਤਾ ਨਹੀਂ ਤੂੰ ਕਿੱਥੇ ਜਾ ਕੇ ਡਿੱਗਣਾ ਹੈ। ਰਹਾਓ। ਉਹ ਕਹਿੰਦੇ ਆ ਕਿ ਤੈਨੂੰ ਖਬਰ ਨਹੀਂ ਹੈਗੀ,
खबर ना करे दीन के बोरे। ताते जन्म अलेख है। हाँ वो कहते दीन के बोरे, मतलब तेरे जीवन च धर्म ही नहीं हैगा। हाँ दीन कहते शरा, शरा हैगी तेरे कोल ते धर्म नाम दी चीज है नहीं तेरे कोल। हाँ तेरे को धर्म ही नहीं हैगा। हुण धर्म नहीं है तो धर्म तो बिना काहदा जीवन। आप जब सोचो जे साडे जीवन च धर्म ही नहीं हैगा, धर्म दा मतलब इन्ना ही है साध संगत जी, सही ते गलत दे विच जो फर्क है उन्होंने पता होना होवे। पर जेड़ा बंदा गलत नूं सही समझ रहा है ते ओदे जीवन च धर्म कित्थे आ? गोरकी दा हाँ जी एक महाराज कहते हैं, सुखमनी साहब च कहते धर्म ਨੂੰ डिफाइन किया है, सर्व धर्म में श्रेष्ठ धर्म हर को नाम जप निर्मल कर्म। कहते परमेश्वर का नाम जप और निर्मल कर्म होने चाहिए तेरे, बस आही धर्म है। हाँ निजर साहब पता की हुंदा, जिन्ना चिर तक कोई बंदा बंदगी नहीं करता, हुण तुसीं आम करके तुसीं देखिया होना ना, आम कहते ने कि उन्हें बेचारे ने वाहवा पैसे लाए होंगे आ, चलो हुण किता किन्ने क लाए, बड़े बड़े वड्डा लोकी दानी बैठे दान करते आ, फिर वो कहता है कि बाबा जी तुसीं आ दान किया, बड़ा बड़ा लोगों का भला किया, तो वो बंदा हाथ जोड़ के कहता जी ये परमात्मा की किरपा है, उन्होंने किया। पर यह गल याद रखनी, यह गल कहण दे नाल गल खत्म नहीं होंदी। जेकर उस इंसान ने बंदगी नहीं की, बेशक मुंह दे राही कुछ ये बोल रहा है, पर अंदर उहदे अंदर उन्हें कर्म नूं पैदा कर लिया, उन्होंने फल लगेगा। आप देखिए कोई भी काम करते हैं ना, चाहे चंगा करते हैं चाहे बुरा कर्म करते हैं, कर्म नूं फल लगेगा। पर जिन्ना जदों बंदा भगती करता है, जदों आपने भगती की फिर तुहाडे कर्म नूं फल नहीं लगेगा, फिर तुहानूं तुसीं अकर्म अवस्था च चल जाओ। ये अंदर की गल आ, ये तुहाडे अंदर बानी है। जदों भी तुसीं बंदगी करनी शुरू करती, एक समा आऊगा भावें तुसीं कुछ भी दान करदे जो, भावें तुसीं लोकां नूं कह भी दिंदे ना कि मैं दान कीता है, ये भी कहण दे नाल कोई फर्क नहीं पवेगा निजर साहब, क्योंकि तुहाडे अंदर अवस्था है। पर जे तुसीं मूंह ना कह रहे जो कि हाँ जी परमात्मा ने दिता है, बेशक परमात्मा ने दिता है, पर तुसीं कह भी दिता है, पर गल इन्ना कहण दे नाल समाप्त नहीं होंदी। परमात्मा नूं पता है तुसीं की कह रहे जो, अंदर हौमे हुंदी है। क्योंकि जदों भी इंसान कुछ चंगा कर्म करता है ना, ਉਹਦੇ अंदर हुंदा है, वो चाहता है कि लोग मैनूं जानन, मैनूं पछाणन। ज्यादातर ते तुसीं देखिया नहीं हुंदा, स्टेजां ते आपां पैसे दे के आउंदे आ ते उस स्टेजां ते फिर उत्ते नाम भी बुलाया जांदा है। ਉਹਦਾ कारण की हुंदा है? तुसीं दरबार साहब सारा देखो, दुनिया भर दा चिट्टा पत्थर खराब कीता लोकां ने, उत्ते लिखिया होया ने लोकां ने, कि लिखण दे नाल की मिलूगा दसो मैं, की होवेगा? कुछ हो सकता है? उत्ते लिखिया होया नाम, इतने 5000 दिता, किसी ने 20,000 दिता है, की फायदा की होता? इंसान पता की इंसान दे अंदर एक सोच है कि मैनू लोग याद करन, जो तू मर ही गया तो तेरे नां नूं किहने याद करना है? इत्थे कई चरणजीत आए ने और कई आके चल गए ने, और ये तू भी चल जाना है, तेरा कांधे ते नां लिखिया होगा, की करेंगे दस? साध संगत जी साडे धर्म च वेखिया ना संस्कार कर देंदे आ, क्रिश्चियन लोकां च देखो इन्हां ने कबरां बनाईयां ने, वो कौन जानदा है कबरां ते? उत्थे कोई जाना है मुड़ के किसे ने? लोकी बंदे जींदे नूं नहीं पछाणदे, मरे नूं किने पछाणना? पर बंदा इसे चक्करां च बैठा है, मैनूं याद करन, मरण तो बाद भी वो चाहुंदा है कि मैनूं लोग याद करन। ऐदां दी बंदे दी सोच बन चुकी है। पर जेकर तू चंगा जीवन बतीत कीता है ना, फिर कबर करके तेनूं ना लोकी याद करनगे, पर तेरे कर्मा करके लोग तेनों पक्का याद कराया करनगे। ठीक है निजर साहब? बिल्कुल हाँ, ये फर्क है। कबरां दी लोड़ नहीं पैंदी, तुसीं काम ही इदां दा करोगे, तुसीं लोकां दे दिलां च रहोगे। लोकां दे दिलां च रहो ना रहो, पर तुसीं परमात्मा दे दिल च रहोगे। हाँ जी निजर साहब? आगे हुण साच कते बखाने हलो नार पुरख नहीं कोई। कतेब ਜਿਹੜੇ ਹੈਗੇ ਆ ਇਹਨਾਂ ਦੇ ਮੁਸਲਮਾਨ ਧਰਮ ਦੀਆਂ ਹੈਗੀਆਂ ਗ੍ਰੰਥ ਜਿਹੜੇ ਹੈਗੇ ਆ, ਇਹ ਕੁਰਾਨ, ਅੰਜੀਲ, ਤੋਰਤ, ਇਸ ਤਰ੍ਹਾਂ ਹੈਗੇ 4 ਹੈਗੀਆਂ ਇਹਨਾਂ ਦੀਆਂ, ਤੇ ਕਹਿੰਦੇ ਕਿ ਇਹ ਸੱਚ ਕਹਿ ਰਹੀਆਂ ਆ, ਇਹਨਾਂ ਦੇ ਵਿੱਚ ਸੱਚਾਈ ਹੈਗੀ ਆ, ਤੇ ਉਹ ਮਾਲਕ ਪਰਮਾਤਮਾ ਜਿਹੜਾ ਅੱਲਾ ਹੈਗਾ, ਉਹ ਮਾਲਕ ਪਰਮਾਤਮਾ ਤੋਂ ਬਗੈਰ
ਨਾ ਕੋਈ ਨਾਰ ਹੈ ਤੇ ਨਾ ਕੋਈ ਪੁਰਖ ਹੈਗਾ ਭਾਈ। ਸਾਰਿਆਂ ਦੇ ਵਿੱਚ ਜੋ ਵੀ ਸ੍ਰਿਸ਼ਟੀ 'ਚ ਜੀਵ ਹੈਗੇ ਸਾਰਿਆਂ ਦੇ ਵਿੱਚ ਉਹੀ ਅੱਲਾ ਹੈਗਾ, ਉਹੀ ਮਾਲਕ ਪਰਮਾਤਮਾ ਹੈਗਾ। ਸਾਚ ਕਤੇਬ ਵਖਾਨੈ ਅੱਲੋ ਨਾਰ ਪੁਰਖ ਨਹੀਂ ਕੋਈ, ਪੜੇ ਗੁਨੇ ਨਾਹੀ ਕਛ ਬੋਰੇ। ਤੂੰ ਤਾਂ ਪੜ੍ਹਦਾ ਹੀ ਨਹੀਂ ਉਹਨਾਂ ਨੂੰ ਤੂੰ ਜਿਹੜਾ ਵਿਚਾਰਦਾ ਹੀ ਨਹੀਂ ਹੈਗਾ ਵੀ ਉਹ ਕਹਿ ਕੀ ਰਹੇ ਆ, ਤੇਰੇ ਧਰਮ ਦੇ ਜਿਹੜੇ ਧਰਮ ਦੇ ਗ੍ਰੰਥ ਕੀ ਕਹਿ ਰਹੇ ਆ। ਉਹ ਪੜੇ ਗੁਨੇ ਨਾ ਹੀ ਕਛ ਬੋਰੇ, ਤੂੰ ਨਹੀਂ ਕੁਛ ਵੀ ਪੜ੍ਹ ਰਿਹਾ ਪਾਗਲਾ। ਜੋ ਦਿਲ ਮੈਂ ਖਬਰ ਨਾ ਹੋਈ, ਤੇਰੇ ਅੰਦਰ ਤਾਂ ਤੈਨੂੰ ਖਬਰ ਹੀ ਨਹੀਂ ਹੈ ਉਸ ਮਾਲਕ ਪਰਮਾਤਮਾ ਦੀ, ਕਿ ਉਹ ਮਾਲਕ ਪਰਮਾਤਮਾ ਜਿਹੜਾ ਹੈ ਤੇਰੇ ਅੰਦਰ ਵੀ ਹੈਗਾ ਔਰ ਸਾਰਿਆਂ ਦਾ ਹੈਗਾ, ਸਾਰਿਆਂ ਦੇ ਅੰਦਰ ਵੀ ਹੈਗਾ, ਦੂਜਿਆਂ ਦੇ ਵਿੱਚ ਵੀ ਹੈਗਾ, ਸਾਰਿਆਂ ਦੇ ਵਿੱਚ। ਇਹ ਗੱਲ ਦੀ ਤਾਂ ਤੈਨੂੰ ਜਿਹੜਾ ਹੈਗਾ, ਇਹ ਗੱਲ ਤਾਂ ਤੇਰੇ ਅੰਦਰ ਜਿਹੜੀ ਹੈਗੀ, ਇਹ ਸੋਚ ਤਾਂ ਤੈਨੂੰ ਆਈ ਹੀ ਨਹੀਂ ਹੈਗੀ। ਹਾਂਜੀ ਵੀਰ, ਫਿਰ ਸਾਡੇ ਤੇ ਪੁਆਇੰਟ ਕਰਦਾ ਹੈ। ਵੈਸੇ ਉਹਨਾਂ ਨੂੰ ਕਿਹਾ ਹੈ, ਮੈਂ ਸੋਚਦਾ ਸਾਨੂੰ ਵੀ ਬਿਲਕੁਲ ਲੋੜ ਹੈ। ਉਹ ਕਹਿੰਦੇ ਕਿਤਾਬਾਂ 'ਚ ਮਤਲਬ ਧਾਰਮਿਕ ਗ੍ਰੰਥ ਜਿਹੜੇ ਤੁਹਾਡੇ ਹੈਗੇ ਆ, ਉੱਥੇ ਤੇ ਲਿਖਿਆ ਹੀ ਨਹੀਂ ਕੋਈ ਨਰ ਹੈ ਜਾਂ ਨਾਰੀ ਹੈ, ਉਹ ਤੇ ਕਹਿੰਦੇ ਇੱਕ ਆ। ਸਾਰਾ ਹੀ ਤੇ ਉਹ ਵਿਖਿਆਨ ਕੀਤਾ ਹੋਇਆ। ਫਿਰ ਅਗਲੀ ਤੁਕ 'ਚ ਫਿਰ ਕਹਿ ਰਹੇ ਨੇ ਪੜੇ ਗੁਣੇ ਨਾ ਹੀ ਕੁਛ ਬੌਰੇ। ਕਹਿੰਦੇ ਤੂੰ ਪੜਦਾ ਤੇ ਹੈ ਨਹੀਂ, ਹੈ ਸਮਝਦਾ ਨਹੀਂ ਹੈ, ਤੂੰ ਵਿਚਾਰ ਕਰ, ਨਾ ਤੂੰ ਸਮਝਦਾ ਹੈ। ਇਹ ਬੌਰੇ ਕਹਿੰਦਾ, ਬੌਰੇ ਦਾ ਮਤਲਬ ਪਾਗਲ, ਮਤਲਬ ਪਾਗਲ ਆ। ਤੂੰ ਜਿਹੜੇ ਧਰਮ ਦੀ ਗੱਲ ਕਰਦਾ ਹੈ ਉਹ ਕਿਤਾਬ ਪੜ੍ਹੀ ਜਿਹਦੇ ਸਿਰ ਤੇ ਜਿਹਦੇ ਬੇਸ ਤੇ ਤੂੰ ਗੱਲ ਕਰ ਰਿਹਾ, ਉਹਦੇ ਤੇ ਏਦਾਂ ਦੀ ਗੱਲ ਲਿਖੀ ਨਹੀਂ ਜਿਹੜੀ ਤੂੰ ਕਹਿ ਰਿਹਾ। ਬਿਲਕੁਲ। ਔਰ ਆਪਣੇ ਵੇਖ ਲਓ ਲੋਕੀ ਉੱਥੇ ਗ੍ਰੰਥ ਸਾਹਿਬ 'ਚ ਜੋ ਲਿਖਿਆ ਉਹ ਕੌਣ ਦੱਸਣ ਦਿਆ? ਆਹੀ ਤਾਂ ਲਿਖਿਆ ਹੋਇਆ ਜਿਹੜਾ ਆਪਾਂ ਪੜ੍ਹ ਰਹੇ ਹਾਂ। ਧਰਮ ਦਾ ਮਤਲਬ ਇਹ ਆ ਕਿ ਮਾਲਾ ਮੂਲਾ ਨਹੀਂ ਫੇਰਨੀ, ਕੱਲੀ ਉੱਥੇ ਜੀਵਨ ਉੱਚਾ ਚੁੱਕਣਾ ਹੈ, ਦੂਜਿਆਂ ਦੇ ਕੰਮ ਆਉਣਾ ਹੈ। ਆ ਬਾਣੀ ਜੋ ਕਹਿ ਰਹੀ ਆ ਉਹ ਸਾਰਾ ਕੁਝ ਕਰਾਂਗੇ ਤੇ ਤਾਂ ਹੀ ਤੇ ਪ੍ਰਮਾਤਮਾ ਨੂੰ ਚੰਗੇ ਲੱਗਾਂਗੇ ਨਾ। ਦੇਖੋ ਆਪ ਇੱਕ ਗੱਲ ਛੋਟੀ ਜੀ ਗੱਲ ਕਰਦਾ ਮੈਂ। ਮੇਰੇ ਘਰੇ ਇੱਕ ਬੰਦਾ ਕੰਮ ਵਾਲਾ, ਜੇਕਰ ਉਹ ਮੇਰਾ ਕਹਿਣੇ ਨਹੀਂ ਮੰਨਣ ਦਿਆ, ਮੇਰੇ ਤੋਂ ਤਨਖਾਹ ਲੈਂਦਾ, ਮੈਂ ਉਹਨੂੰ ਕਹਿੰਦਾ ਭਰਾ ਉਹ ਪਾਣੀ ਲਿਆ, ਉਹ ਪਾਣੀ ਦੀ ਜਗ੍ਹਾ ਕੁਝ ਹੋਰ ਚੁੱਕ ਕੇ ਲਈ ਆਉਂਦਾ ਵਾ। ਮੈਂ ਉਹਨੂੰ ਕਹਿੰਦਾ ਭਰਾਵਾ ਆਪ ਇੱਥੇ ਸਫਾਈ ਕਰ, ਉਹ ਸਫਾਈ ਕਰਦਾ ਨਹੀਂ। ਮੈਂ ਉਹਨੂੰ ਕਹਿੰਦਾ ਜਾਂ ਮੱਝਾਂ ਨੂੰ ਪੱਠੇ ਪਾਇਆ, ਉਹ ਕਹਿੰਦਾ ਮੈਂ ਨਹੀਂ ਪਾਉਣੇ। ਮੈਂ ਕਹਿੰਦਾ ਜਾਂ ਪਾਣੀ ਪਾ ਦੇ ਮੱਝਾਂ ਨੂੰ, ਉਹ ਕਹਿੰਦਾ ਮੈਂ ਨਹੀਂ ਪਿਆਉਣਾ। ਇਹ ਕੰਮ ਆਪਾਂ ਕਰ ਰਹੇ ਹਾਂ। ਪਰਮਾਤਮਾ ਤੇ ਸਾਨੂੰ ਡਿਊਟੀਆਂ ਦਿੱਤੀਆਂ ਨੇ, ਆਪਾਂ ਉਹ ਕੰਮ ਕਿੱਥੇ ਕਰ ਰਹੇ ਹਾਂ ਨਿੱਜਾ ਸਾਹਿਬ? ਨਹੀਂ, ਬਿਲਕੁਲ ਨਹੀਂ ਕਰਦੇ ਜੀ, ਬਿਲਕੁਲ ਸਹੀ ਗੱਲ ਹੈ। ਆ ਤੇ ਹੁਣ ਇਹ ਜਿਹੜਾ ਮੈਨੂੰ ਨਹੀਂ ਚੰਗਾ ਲੱਗਣ ਦਿਆ, ਉਹ ਪਰਮਾਤਮਾ ਨੂੰ ਚੰਗਾ ਲੱਗਾਂਗੇ ਆਪਾਂ ਜੇ ਆਪਾਂ ਉਹਦੇ ਜਿਹੜੇ ਕੰਮ ਦਿੱਤੇ ਨੇ ਉਹ ਨਹੀਂ ਕਰ ਰਿਹਾ। ਉਹ ਤੇ ਕਹਿੰਦੇ ਬੁੱਧੀ ਦੇ ਬਿਨਾਂ ਕੋਈ ਕੰਮ ਨਾ ਕਰ। ਅਕਲ ਤਾਂ ਬਾਜੋ ਕਹਿੰਦੇ ਅਕਲੀ ਸਾਹਿਬ ਸੇਵੀਏ ਨਿੱਜਾ ਸਾਹਿਬ। ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ ਵੀ ਕਰਨਾ ਹੈ ਤੇ ਅਕਲ ਦੇ ਨਾਲ ਕਰ। ਕਿੱਥੇ ਦੇ ਰਿਹਾ ਦੇਖ ਤਾਂ ਸਹੀ। ਇਹਦੇ ਸੰਗਤ ਜੀ ਤਾੜਨਾ ਕੀਤੀ ਜੋ ਕਲੀਅਰਲੀ ਕਿੱਥੇ ਨਹੀਂ ਕਿਹਾ ਨਾਲ ਦਾਨ ਦੇਣ ਦੇ ਬਾਰੇ। ਗੁਰੂ ਨਾਨਕ ਸਾਹਿਬ ਦੀ ਬਾਣੀ ਆ। ਜਸਟ ਸੋਚੋ ਆਪ ਕਿਹੜੇ ਧਰਮ ਚ ਬਿਲੋਂਗ ਕਰਦੇ ਹੋ, ਕਿਤੇ ਵਿਸ਼ਵਾਸ ਹੀ ਨਹੀਂ ਕਰਨਾ। ਆਪ ਜਸਟ ਸੋਚੋ। ਉਹ ਕਹਿੰਦੇ ਆ ਕਿ ਅਸੀਂ ਕਹਿੰਦੇ ਉੱਥੇ ਦਾਨ ਕਰਿਓ, ਉਹ ਕਹਿੰਦੇ ਦਾਨ ਕਰਨਾ ਹੈ ਅਕਲ ਦੇ ਨਾਲ ਕੰਮ ਕਰੀ। ਵੇਖ ਤੇ ਲੋੜ ਹੈਗੀ ਆ, ਤੇ ਸਾਹਿਬ ਨੂੰ ਵੀ ਸੇਵਣਾ ਹੀ ਤੇ ਉਹਨੂੰ ਜੇ ਭਗਤੀ ਵੀ ਕਰਨੀ ਉਹ ਵੀ ਅਕਲ ਦੇ ਨਾਲ ਕਰੀ। ਕੱਲ ਵੇਖਿਆ ਨਾ, ਉਹ ਕਹਿੰਦੇ ਕਿ ਪੰਡਤ ਜੀ ਮੱਝਾਂ ਭੇਡਾਂ ਨੂੰ ਸਾਨੂੰ ਪਤਾ ਨਹੀਂ ਕਿੰਨੇ ਸਾਲਾਂ ਤੋਂ ਚਾਰਦੇ ਪਏ ਜੋ। ਹੁਣ ਸਾਡਾ ਮਸਲਾ ਤੇ ਹੱਲ ਨਹੀਂ ਹੋਇਆ, ਭੀੜ ਤੇ ਬਹੁਤ ਇਕੱਠੀ ਕੀਤੀ ਤੁਸੀਂ। हाँ कहते हुण नहीं, हुण अब वो दिन गए जब पुजारियों का पसीना गुलाब था, कहते हुण नहीं पाए। ਹਾਂ ਤੇ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਦੀ ਲੋੜ ਆ। ਸੋ ਸਾਧ ਸੰਗਤ ਜੀ ਇੱਥੇ ਫੇਰ ਕਹਿ ਰਹੇ ਨੇ ਕਿ ਗ੍ਰੰਥਾਂ ਦੀ ਪੂਜਾ ਨਾ ਕਰੀ ਜਾਓ। ਇਹਦੇ ਵਿੱਚ ਲਿਖਿਆ ਕਿ ਉਹਨੂੰ ਪੜੋ। ਉਹਦੇ ਅੰਦਰ ਦੇ ਜੀਵਨ ਦੀ ਜਾਚ ਦਿੱਤੀ ਆ, ਉਹਨੂੰ ਪੜ੍ਹਦੇ ਤਾਂ ਨਹੀਂ ਆਪਾਂ, ਕਿਉਂਕਿ ਅਸੀਂ ਲੋਕਾਂ ਨੂੰ ਕਹਿੰਦੇ ਗਲਤ ਆ, ਉਹ ਸੂਈ ਘੁਮਾ ਕੇ ਸਾਡੇ ਤੇ ਲੈ ਆਉਂਦੇ ਨੇ। ਗੁਰ ਸਾਹਿਬ ਇੱਕ ਚੀਜ਼ ਹੈਗੀ, ਦੇਖ ਲਓ ਮੈਂ ਇਹ ਨਾ ਪਤਾ ਇਹਨਾਂ ਨੇ ਇਹ ਬਾਣੀ ਵੀ ਮੰਨ ਲਓ ਜੇ ਕਿਤੇ ਜੇ ਵਿਚਾਰ ਕਰ ਰਹੇ ਆ ਸੰਗਤ ਦੇ ਰੂਪ ਚ, ਤੇ ਇਹਨਾਂ ਨੇ ਜਿਹੜਾ ਹੈਗਾ ਇਹਨੂੰ ਬਹੁਤ ਇਹਦੇ ਤੇ ਸਵਾਦ ਲੈ ਕੇ ਗੱਲਾਂ ਕਰਨੀਆਂ। ਆਹ ਦੇਖੋ ਜੀ, ਆਹ ਮੁਸਲਮਾਨਾਂ ਵਾਸਤੇ ਦੇਖੋ, ਕਾਜੀ ਦੇ ਵਾਸਤੇ ਦੇਖੋ ਕਿਸ ਤਰ੍ਹਾਂ ਮਹਾਰਾਜ ਨੇ ਜਿਹੜਾ ਹੈਗਾ ਉਹਨਾਂ ਨੂੰ ਉਹ ਤਾੜਨਾ ਦਿੱਤੀ ਹੋਈ ਹੈ। ਉਹਨਾਂ ਨੇ ਫਿਰ ਆਪਣੇ ਆਪ ਨੂੰ ਬਚਾ ਲੈਣਾ ਪਤਲੀ ਗਲੀ ਤੋਂ। ਤੇ ਨਿੱਜਰ ਸਾਹਿਬ ਕਾਜੀ ਕਹਿੰਦੇ ਆ, ਪਰ ਉਹ
ਪੋਥੀ ਪਰਮੇਸ਼ਰ ਦੀ ਕਿਹਾ ਤੁਸੀਂ, ਉਹ ਸਾਂਝੀ ਸਗਲੇ ਜਹਾਨ। ਉਹ ਅੱਜ ਦੇ ਹਿਸਾਬ ਨਾਲ ਹੀ ਜਿਹੜੇ ਵੀ ਆਪਣੇ ਬਣੇ ਪਏ ਨੇ, ਜੋ ਵੀ ਉੱਥੇ ਨੁਮਾਇੰਦੇ ਨੇ, ਚਾਹੇ ਕਿਸੇ ਵੀ ਧਰਮ ਦੇ ਨੇ, ਬਿਲਕੁਲ ਉਹ ਵਿਚਾਰੇ ਸਭ ਤੋਂ ਵੱਡੇ ਤੇ ਆਪ ਉਲਝੇ ਪਏ ਨੇ। ਹੁਣ ਇੱਥੇ ਵੇਖੋ, ਕਬੀਰ ਜੀ ਨੇ ਉਸ ਟਾਈਮ ਤੇ ਵਕਤ ਨੂੰ ਭਾਪਿਆ, ਸਾਰਾ ਕੁਝ ਦੇਖਿਆ, ਔਰ ਕਿੱਡਾ ਕਲੀਅਰ ਗਿਆਨ ਕਰਾਇਆ ਕਿ ਤੂੰ ਦੂਜੇ ਨੂੰ ਉਪਦੇਸ਼ ਕਰ ਰਿਹਾ, ਤੂੰ ਖੁਦ ਕਰਦਾ, ਤੂੰ ਪੜ੍ਹਿਆ। ਆ ਵੇਖੋ ਕਿਤਾਬਾਂ ਦੇ ਵਿੱਚ ਤੂੰ ਪੜ੍ਹਿਆ, ਤੈਨੂੰ ਪਤਾ ਕਿਤਾਬਾਂ 'ਚ ਕੀ ਲਿਖਿਆ? ਉੱਥੇ ਤੇ ਕੋਈ ਲਿਖਿਆ ਨਹੀਂ ਨਾਰਾ ਜਾਂ ਨਾਰੀ। ਤੂੰ ਕੌਣ ਹੁੰਦਾ ਹੈ? ਉਹ ਕਹਿੰਦਾ ਕਿ ਔਰਤ ਮਸਜਿਦ ਦੇ ਅੰਦਰ ਨਹੀਂ ਜਾ ਸਕਦੀ, ਜਾਂ ਇੱਥੇ ਆਪਣੇ ਗੁਰਦੁਆਰੇ ਨੂੰ ਕਹਿ ਦਿੰਦੇ ਨੇ। ਇਸ ਚੀਜ਼ ਨੂੰ ਨੋਟਿਸ ਕਰਿਓ, ਇੱਥੇ ਵੀ ਹੈਗਾ, ਆਪਣੇ 'ਚ ਵੀ ਹੈਗਾ, ਕੁਝ ਪੁਆਇੰਟਸ ਹੈਗੇ ਨੇ। ਚਲੋ ਠੀਕ ਹੈ ਯਾਰ, ਬੰਦੇ ਵੀ ਕੁਝ %, ਹੁੰਦੇ। ਦੇਖੋ ਪਤਾ ਕੀ ਹੈ, ਪ੍ਰਕਿਰਤੀ ਹੈ, 100% ਬੰਦਾ ਚੰਗਾ ਨਹੀਂ ਹੋ ਸਕਦਾ, ਕੋਈ ਨਾ ਜਨਾਨੀ ਚੰਗੀ ਹੋ ਸਕਦੀ ਨਾ ਬੰਦਾ। ਉਹ ਕੁਦਰਤੀ ਤੌਰ ਤੇ ਪ੍ਰਕਿਰਤੀ ਦਾ ਕੰਮ ਕਰਦੀ ਹੈ। ਪਰ ਜੇਕਰ ਆਪਾਂ A to Z ਏਦਾਂ ਕੰਟਰੋਲ ਕਰ ਲੈਂਦੇ ਆ ਕਿ ਇਹ ਸਾਡੀ ਇਹ ਫਲਾਨੀ ਚੀਜ਼ ਹੈਗੀ। ਹੁਣ ਮੁਸਲਮਾਨ ਧਰਮ ਦੇ ਵਿੱਚ ਇੱਕ ਚੀਜ਼ ਹੈਗੀ ਆ, ਇਹਨਾਂ ਦੇ ਕੁਝ ਰੂਲ ਹੈਗੇ ਨੇ, ਇਹਨਾਂ ਦੀਆਂ ਹੈਗੀਆਂ ਨੇ, ਉਹਨੂੰ ਫੋਲੋ ਕਰੋ ਤੇ ਤੁਸੀਂ ਪਵਿੱਤਰ ਬੰਦੇ ਜੋ। ਨਹੀਂ ਭਾਵੇਂ ਤੁਹਾਡਾ ਜਿੱਥੇ ਮਰਜੀ ਜਾ ਰਿਹਾ, ਤੁਸੀਂ ਨਮਾਜ਼ ਪੜ੍ਹਨ ਜਾਂਦੇ ਜੋ, ਤੁਸੀਂ ਵਜੂ ਸਾਧ ਦੇ ਜੋ, ਬਸ ਠੀਕ ਹੈ, ਮਾਲਾ ਫੇਰੀ ਜੋ। ਗੋਰਖੀ ਸਾਹਿਬ ਇੱਕ ਚੀਜ਼, ਜਿਹਨੇ ਮਾਲਾ ਫੇਰਨੀ ਉਹ ਅੰਦਰ ਤੇਰੇ ਮਨ ਦੀ ਅਵਸਥਾ ਕੀ ਹੈ? ਹਾਂਜੀ ਨਜਰ ਸਾਹਿਬ, ਇੱਕ ਚੀਜ਼ ਹੈਗੀ, ਆਪਣੇ ਵੀ ਗੋਰਖੀ ਸਾਹਿਬ ਜਿਹੜੇ ਹੈਗੇ, ਆਪਣੇ ਵੀ ਬਹੁਤ ਜ਼ਿਆਦਾ ਜਿਹੜੇ ਹੈਗੇ ਇਸ ਪਾਸੇ ਹੈਗੇ ਆ, ਇਹ ਜਿਹੜੇ ਹੈਗੇ, ਆਪਾਂ ਕਿਹੜੇ ਘੱਟ ਹੈਗੇ ਆ। ਬਿਲਕੁਲ ਆਪਣੇ ਅੰਦਰ ਵੀ ਜਿਹੜਾ ਹੈਗਾ, ਦੇਖੋ ਕਹਿੰਦੇ ਇਹ ਤਾਂ ਜੀ ਇਹ ਤਾਂ ਕੋਨਾ ਮੁੰਨਾ ਹੈ, ਇਹ ਤਾਂ ਜੀ ਇਹਨੇ ਤੇ ਇਹ ਤਾਂ ਇਸ ਤਰ੍ਹਾਂ ਦਾੜੀ ਕਿਸ ਨਹੀਂ ਰੱਖੀ ਹੋਈ, ਇਹ ਤਾਂ ਜੀ ਇਹ ਤਾਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੈ। ਉਹ ਭਾਈ ਜੇ ਕੋਈ ਬੰਦਾ ਇਹ ਤਾਂ ਮਾੜੇ ਕੰਮ ਕਰਦਾ ਹੈ ਜੀ, ਇਹ ਤਾਂ ਇਸ ਤਰ੍ਹਾਂ ਹੈ। ਜੇ ਬਾਣੀ ਜਿਹੜੀ ਹੈਗੀ, ਜੇ ਧਰਮ ਜਿਹੜਾ ਹੈਗਾ, ਜੇ ਮਾੜੇ ਬੰਦੇ ਨੂੰ ਜਿਹੜਾ ਹੈਗਾ, ਜੇ ਅਵਗੁਣਾ ਵਾਲੇ ਨੂੰ ਜਿਹੜਾ ਹੈਗਾ, ਜੇ ਉਹਨੂੰ ਹੀ ਸ਼ੁੱਧ ਨਹੀਂ ਕਰ ਸਕਦਾ, ਉਹਦੇ ਅਵਗੁਣ ਨਹੀਂ ਕੱਢ ਸਕਦਾ, ਤੇ ਫਿਰ ਧਰਮ ਕਾਹਦਾ ਹੋਇਆ ਫਿਰ? ਹਾਂਜੀ ਵੀਰ ਜੀ। ਹਾਂ ਸਹੀ ਆ। ਇੱਥੇ ਦਰਬਾਰ ਸਾਹਿਬ ਨਾ, ਵੈਸੇ ਪਰਲੇ ਜਿਹੜਾ ਲੰਗਰ ਵਾਲੀ ਨਾ, ਮੈਂ ਬਾਬਾ ਜਰਦੇ ਮੇਰੇ ਵਾਲ ਜਿਹੜੇ ਨਾ, ਮੇਰੇ ਇਦਾਂ ਦੀ ਸਿਚੁਏਸ਼ਨ ਸੀ, ਵਾਲ ਜਦੋਂ ਮੈਂ ਕੱਟੇ ਤੇ ਮੇਰੇ ਮਨ 'ਚ ਨਾ ਸ਼ਰਧਾ ਬੜੀ ਨਿੱਜਰ ਸਾਹਿਬ, ਮੈਂ ਬੜੀ ਸੇਵਾ ਕਰਦਾ ਹੁੰਦਾ ਉੱਥੇ ਲੰਗਰ ਹਾਲ ਦੀ, ਤੇ ਉਹ ਮੈਨੂੰ ਬਾਹਰ ਕੱਢ ਦਿੰਦੇ ਸੀ ਬਾਬਾ ਜੀ, ਕਹਿੰਦੇ ਵੀ ਛੋਟੇ ਤੂੰ ਨਹੀਂ ਕਰ ਸਕਦਾ ਸੇਵਾ, ਤੇਰੇ ਵਾਲ ਨਹੀਂ ਹੈਗੇ। ਮੈਂ ਚਲੋ ਠੀਕ ਹੈ। ਤੇ ਹੁਣ ਸਾਰੇ ਕਰੀ ਜਾਂਦੇ ਆ, ਕਿਉਂਕਿ ਸੇਵਾ ਕਰਨ ਵਾਲੇ ਜ਼ਿਆਦਾ ਨਹੀਂ ਨਾ ਹੈਗੇ ਹੁਣ। ਉਦੋਂ ਕਹਾਣੀ ਕੁਝ ਹੋਰ ਸੀ। ਤਾਂ ਕਹਿਣ ਤੋਂ ਭਾਵ ਹੈ ਸਾਧ ਸੰਗਤ ਜੀ, ਜਿਹੜੀ ਸਾਡੀ ਬਾਣੀ ਹੈ ਨਾ, ਬਾਣੀ ਪੜ੍ਹਨ ਤੇ ਸਾਨੂੰ ਗਿਆਨ ਹੋਣਾ ਚਾਹੀਦਾ। ਜੇਕਰ ਅਸੀਂ ਉਸ ਚੀਜ਼ 'ਚ ਜੇ ਉਹ ਚੀਜ਼ ਅਸੀਂ ਉਹ ਪੂਰਨਿਆਂ ਤੇ ਨਹੀਂ ਉਤਰ ਰਹੇ, ਔਰ ਕੇਵਲ ਅਸੀਂ ਉੱਚੀਆਂ ਗੱਲਾਂ ਕਰਦੇ ਹਾਂ, ਉੱਥੇ ਫਿਰ ਪਤਾ ਕੀ ਹੁੰਦਾ, ਫਿਰ ਉੱਥੇ ਫਿਰ ਉਹ ਜਿਹੜੇ ਸਾਡੇ ਗੁਰੂਆਂ ਦਾ ਜਿਹੜਾ ਮੈਸੇਜ ਹੈ, ਉਹ ਫਿਰ ਪ੍ਰੋਪਰ ਡਿਲੀਵਰ ਨਹੀਂ ਹੋਵੇਗਾ। ਬਹੁਤ ਸਾਡਾ ਜਿਹੜਾ ਧਰਮ ਹੈ ਨਾ, ਬਹੁਤ ਛੋਟਾ ਕਰਤਾ ਹੈ, ਕਿਉਂਕਿ ਕਬਜ਼ਾ ਕਰ ਲਿਆ ਨਾ, ਇਸ ਕਰਕੇ ਛੋਟਾ ਜਿਹਾ ਕਰਤਾ। ਉਹਦੇ ਅੰਦਰ ਕੀ ਹੈ ਦੱਸਿਆ ਨਹੀਂ ਗਿਆ। ਉਹ ਅੱਜ ਦੀ ਡੇਟ 'ਚ ਵੀ ਅਸੀਂ ਉਸੇ ਚੀਜ਼ ਨੂੰ ਲੜ ਰਹੇ ਹਾਂ। ਉਹ ਜੀ ਅਸੀਂ ਹਿੰਦੂਆਂ 'ਚ ਨਹੀਂ ਆਏ ਤੇ ਅਸੀਂ ਉੱਥੋਂ ਨਹੀਂ ਆਏ, ਅਸੀਂ ਉੱਥੋਂ ਨਹੀਂ ਆਏ। ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਗ੍ਰੰਥ ਪੜ੍ਹੀਏ ਆਪਾਂ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਨਾ, ਉੱਥੇ ਕਿਸੇ ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਬਿਲਕੁਲ ਸਹੀ ਗੱਲ ਆ। ਉਹ ਕਹਿੰਦੇ ਸ਼ੁਭ ਕਰਮਾਂ ਬਾਝੋਂ ਦੋਨੋਂ ਰੋਈ। ਬਿਲਕੁਲ ਠੀਕ ਹੈ, ਦੋਨੋਂ ਰੋਈ। ਔਰ ਗੋਰਖੀ ਸਾਹਿਬ ਅਗਲੀ ਕਬੀਰ ਜੀ ਦਾ ਤੀਸਰਾ ਬੰਦ ਹੈ, 3 ਬੰਦਾਂ ਦਾ ਆ ਜਿਹੜਾ ਹੈਗਾ ਸ਼ਬਦ ਹੈਗਾ, ਉਹਦੇ ਵਿੱਚ ਇਹੀ ਗੱਲ, ਇਹਦਾ ਹੀ ਜਵਾਬ ਦੇ ਰਹੇ ਹੋ। ਹਾਂਜੀ ਠੀਕ ਹੈ ਜੀ ਸਭ, ਅੱਗੇ ਚੱਲੀਏ। ਥੋੜੀ ਲੰਮੀ ਹੋ ਗਈ ਡਿਸਕਸ। ਨਹੀਂ ਗੱਲ ਹੀ ਇਹੋ ਆ। ਹਾਂ, ਅੱਗੇ ਵੀ ਚੱਲ ਜਾਓਗੇ, ਉਹੀ ਗੱਲ ਚੱਲਣੀ ਆ। ਬਿਲਕੁਲ, ਇਹ ਨਹੀਂ ਕਿ ਬਾਣੀ ਤੇ ਕੁਛ ਮੈਸੇਜ ਬਦਲ ਜਾਣਾ। ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਫਰੋਲ ਕੇ ਵੇਖ ਲਓ, ਕੇਵਲ ਸਾਡੀ ਗੱਲ ਆ, ਸਾਡੇ ਕਰੈਕਟਰ ਨੂੰ ਉੱਪਰ ਚੁੱਕਣਾ ਚਾਹੁੰਦੀ ਹੈ ਬਾਣੀ, ਸਾਨੂੰ ਇਨਸਾਨ ਬਣਾਉਣਾ ਚਾਹੁੰਦੀ ਹੈ। ਅਸੀਂ ਸ਼ੂਦਰ ਆ। ਉਹ ਕਹਿੰਦੇ ਭਰਾਵਾ ਤੂੰ ਸ਼ੂਦਰ ਨਹੀਂ ਹੈਗਾ, ਤੂੰ ਸ਼ੂਦਰ ਜੰਮਿਆ ਸੀ, ਪਰ ਇਹਦਾ ਮਤਲਬ ਨਹੀਂ ਤੂੰ ਸ਼ੂਦਰ ਹੀ ਮਰ ਜਾ। ਤੂੰ ਬਣਨ ਵਾਸਤੇ ਜੰਮਿਆ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ। ਤੇ ਜਿਹੜੀ ਗੇਮ ਤੇ ਚੈਲੰਜ ਨਹੀਂ ਹੈਗਾ, ਉਹ ਮਾਂ ਦਾ ਸਿਰ ਗੇਮ ਹੈ। ਤੁਸੀਂ ਛੋਟੇ ਜਿਹੇ ਬੱਚੇ ਦੇ ਨਾਲ ਇੱਕ ਗੇਮ ਲਾਓ, ਉਹਨੂੰ ਕਹੋ ਪੁੱਤਾ ਮੇਰੇ ਨਾਲ ਸ਼ਤਰੰਜ ਖੇਡ, ਉਹਨੂੰ ਵਿਚਾਰੇ ਨੂੰ ਆਉਂਦਾ ਹੀ ਨਹੀਂ, ਤੇ ਤੁਸੀਂ ਇੱਕ ਵਾਰੀ ਜਿੱਤ ਕੇ ਨਾ, ਬਾਅਦ ਚ ਤੁਸੀਂ ਬੱਚੇ ਨਾਲ ਖੇਡਣਾ ਨਹੀਂ, ਕਿਉਂਕਿ ਤੁਸੀਂ ਚਾਹੁੰਦੇ ਹੋ ਕੰਪੀਟੀਸ਼ਨ ਹੋਵੇ। ਪਰ ਜੀਵਨ ਵੀ ਤਾਂ ਏਦਾਂ ਹੀ ਆ ਨਾ। ਮੈਂ ਤਾਂ ਕਹਿੰਦਾ ਵਾ ਕਿ ਜਦੋਂ ਆਪਾਂ ਚੰਗਾ ਕੰਮ ਕਰਨ ਜਾਵਾਂਗੇ, ਥੋੜਾ ਚੈਲੰਜ ਵੀ ਤੇ ਹੋਏ ਨਾ ਨਿੱਜਰ ਸਾਹਿਬ। ਜੇ ਸੌਖਾ ਹੋਇਆ ਤੇ ਫਿਰ ਤੇ ਸਾਰਿਆਂ ਨੇ ਚੰਗਾ ਕੰਮ ਕਰ ਦੇਣਾ। ਫਿਰ ਤਾਂ ਗੇਮ ਖਤਮ ਹੀ ਹੋ ਜਾਣੀ ਹੈ, ਜਲਦੀ ਦੇਣੀ। ਆਪਾਂ ਤੇ ਇੰਟਰਸਟਿੰਗ ਨਹੀਂ। ਤੁਸੀਂ ਆ ਵੇਖ ਲਓ, ਮਾਰੀਓ ਦੀ ਗੇਮ ਹੈਗੀ ਆ,
ਉਹਦੇ ਵਿੱਚ ਕਿੱਦਾਂ ਉਹ ਖੱਡੇ ਬਣੇ ਨੇ, ਕਿਤੇ ਅੱਗ ਬਣੀ ਹੈ ਤੇ ਕਿਤੇ ਕੁਝ ਡਿੱਗਣ ਦਿਆ, ਉਹ ਚੈਲੰਜ ਹੈਗੇ ਨੇ ਉੱਥੇ। ਫਿਰ ਉਹ ਪਾਵਰ ਮਰਦੀ ਆ, ਪਾਵਰ ਵੱਧਦੀ ਆ, ਪਾਵਰ ਘਟਦੀ ਆ। ਜੇ ਨਾ ਹੋਵੇ ਤੇ ਉਹ ਗੇਮ ਖੇਡਣ ਨੂੰ ਦਿਲ ਹੀ ਨਾ ਕਰੇ। ਇਹ ਇਸ ਕਰਕੇ ਇਹ ਜ਼ਰੂਰੀ ਆ। ਇਸੇ ਲਈ ਕਬੀਰ ਜੀ ਕਹਿੰਦੇ ਕਿ ਔਖੀ ਘਾਟੀ ਆ ਰਾਮ ਕੀ ਤੈ ਚੜ ਰਹੇ ਹੋ ਕਬੀਰ, ਮਤਲਬ ਕਿ ਗੇਮ ਔਖੀ ਆ ਪਰ ਇੰਟਰਸਟਿੰਗ ਬਹੁਤ ਆ, ਮਜ਼ਾ ਆ ਰਿਹਾ। ਹਾਂਜੀ ਨਿਜਰ ਸਾਹਿਬ। ਅੱਲੋ ਗੈਬ ਸਗਲ ਕਟ ਭੀਤਰ ਹਿਰਦੇ ਲਿਹੋ ਵਿਚਾਰੀ। ਕਬੀਰ ਜੀ ਹੁਣ ਨੁਕਤੇ ਦੀ ਗੱਲ ਕਰ ਰਹੇ ਆ। ਭਾਵੇਂ ਹਿੰਦੂ ਹੋਏ, ਮੁਸਲਮਾਨ ਹੋਏ, ਸਿੱਖ ਹੋਏ, ਜਿਹੜਾ ਮਰਜੀ ਹੋਏ, ਕਬੀਰ ਜੀ ਕਹਿੰਦੇ ਆ ਪਰਮਾਤਮਾ ਗਾਇਬ ਕਹਿੰਦੇ ਆ, ਗਾਇਬ ਕਹਿੰਦੇ ਆ ਜਿਹੜਾ ਨਹੀਂ ਦਿਖਦਾ, ਨਿਰਗੁਣ ਕਹਿੰਦੇ ਉਹ ਪਰਮਾਤਮਾ ਜਿਹੜਾ ਹੈਗਾ ਗਾਇਬ ਹੈਗਾ, ਸਾਰਿਆਂ ਦੇ ਅੰਦਰ ਅਦ੍ਰਿਸ਼ ਹੈਗਾ, ਸਾਰਿਆਂ ਦੇ ਵਿੱਚ ਹੈਗਾ। ਸਗਲ ਘਟ ਭੀਤਰ, ਕੋਈ ਵੀ ਘਟ ਹੈਗਾ, ਕੋਈ ਵੀ ਸਰੀਰ ਹੈਗਾ, ਉਹ ਹਰੇਕ ਦੇ ਅੰਦਰ ਉਹ ਮਾਲਕ ਪਰਮਾਤਮਾ ਹੈਗਾ ਅਦ੍ਰਿਸ਼ ਰੂਪ ਦੇ ਵਿੱਚ। ਅੱਲੋ ਗੈਬ ਸਗਲ ਘਟ ਭੀਤਰ ਹਿਰਦੈ ਲਿਹੋ ਵਿਚਾਰੀ। ਆਹ ਗੱਲ ਵਿਚਾਰ ਲੈ, ਭਾਵੇਂ ਕੋਈ ਹਿੰਦੂ ਆ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਆਹ ਗੱਲ ਸਮਝ ਲੈ, ਹਰੇਕ ਦੇ ਅੰਦਰ ਉਹ ਮਾਲਕ ਪਰਮਾਤਮਾ ਹੈਗਾ। ਹਿੰਦੂ ਤੁਰਕ ਦੋਹੂ ਮੈਂ ਏਕ ਹੈ ਕਹੇ ਕਬੀਰ ਪੁਕਾਰੀ। ਕਹਿੰਦੇ ਹਿੰਦੂ ਹੋਏ ਤੇ ਤੁਰਕ ਹੋਏ, ਮੁਸਲਮਾਨ ਹੋਏ, ਦੋਨਾਂ ਦੇ ਵਿੱਚ ਉਹੀ ਸਾਹਿਬ ਹੈ, ਉਹੀ ਮਾਲਕ ਹੈਗਾ। ਕਬੀਰ ਜੀ ਕਹਿੰਦੇ ਮੈਂ ਤਾਂ ਪੁਕਾਰ ਕੇ ਇਹ ਗੱਲ ਕਹਿ ਰਿਹਾ ਭਾਈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਵੇਖ ਲਓ ਤੁਕ ਦੇ ਵਿੱਚ ਫਿਰ ਕਲੀਅਰ ਕਰ ਕਹਿੰਦੇ ਅੱਲੋ ਗੈਬ ਸਗਲ ਘਟ ਭੀਤਰ ਹਿਰਦੇ ਲੈ ਵਿਚਾਰੀ। ਉਹ ਕਹਿੰਦੇ ਕਿ ਤੁਸੀਂ ਆਪਣੇ ਹਿਰਦੇ 'ਚ ਇੱਕ ਗੱਲ ਨੂੰ ਵਿਚਾਰ ਕਰੋ, ਸਾਰੇ ਸੰਸਾਰ ਦੇ ਵਿੱਚ ਉਹ ਪ੍ਰਮਾਤਮਾ ਦੀ ਜੋਤ ਹੀ ਪ੍ਰਗਟ ਆ। ਬਿਲਕੁਲ। ਤੁਸੀਂ ਕਿਹਦੇ ਨਾਲ ਲੜਦੇ ਪਏ ਜੋ, ਕਿਹਨੂੰ ਤੁਸੀਂ ਚੰਗਾ ਤੇ ਕਿਹਨੂੰ ਤੁਸੀਂ ਮਾੜਾ ਕਹਿ ਰਹੇ ਜੋ। ਇਹ ਸਰਵ ਵਿਆਪਕ ਆ। ਪ੍ਰਮਾਤਮਾ ਤੋਂ ਇਲਾਵਾ ਸਾਧ ਸੰਗਤ ਜੀ ਇਹ ਹੈ ਵੀ ਕੁਛ ਨਹੀਂ ਆ। ਆਪ ਜਸਟ ਸੋਚੋ, ਤੁਸੀਂ ਮੈਂ ਕਿੱਥੋਂ ਆ ਗਏ, ਨਿਜਰ ਸਾਹਿਬ ਕਿੱਥੋਂ ਆ ਗਏ। ਇਹ ਕੋਈ ਵੱਖਰੀ ਫੈਕਟਰੀ 'ਚ ਬਣੇ, ਉੱਥੇ ਪ੍ਰਮਾਤਮਾ 40-50 ਬਣੇ ਨੇ। ਸਹੀ ਹੈ ਨਿਜਰ ਸਾਹਿਬ। ਬਿਲਕੁਲ। ਦਾ ਰਚਨ ਵਾਲਾ ਇੱਕ ਹੈ। ਜਦੋਂ ਤੁਸੀਂ ਬੰਦਗੀ ਕੀਤੀ, ਤੁਸੀਂ ਆਤਮ ਤੱਤ 'ਚ ਆਪਣੀ ਸੁਰਤੀ ਨੂੰ ਲੈ ਗਏ ਨਾ, ਤੇ ਤੁਹਾਨੂੰ ਪਤਾ ਲੱਗ ਜਾਣਾ ਉੱਥੇ ਟਿਕਿਆ, ਉੱਥੇ ਦੋ ਨਹੀਂ ਹੈਗੇ। ਇਸ ਲਈ ਕਹਿੰਦੇ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਜਦੋਂ ਤੁਸੀਂ ਆਪਣੇ ਆਪ ਨੂੰ ਮਿਟਾ ਦਿੱਤਾ ਖਤਮ, ਫਿਰ ਤੁਸੀਂ ਬ੍ਰਹਮ ਹੋ ਜਾਣਾ। ਤੇ ਉੱਥੇ ਵੇਖੋ ਉੱਥੇ ਕੋਈ ਹੈਗਾ ਹੈ, ਕੋਈ ਹੋਰ। ਇਹ ਤੇ ਇੱਕ ਪਰਮਾਤਮਾ ਹੈ, ਉਹਦਾ ਤਮਾਸ਼ਾ ਹੈ। ਜਿਹੜਾ ਇਹ ਗੱਲ ਨੂੰ ਸਮਝ ਲਏਗਾ, ਤੁਸੀਂ ਕਿਸੇ ਨਾਲ ਠੱਗੀ ਥੋੜੀ ਮਾਰ ਰਹੇ ਜੋ, ਤੁਸੀਂ ਰੱਬ ਨਾਲ ਠੱਗੀ ਮਾਰ ਰਹੇ ਜੋ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਉੱਥੇ ਮੇਰੀ ਗੱਲ ਸਮਝੋ, ਤੁਸੀਂ ਕਿਸੇ ਦੀ ਪੈਲੀ ਨਹੀਂ ਖੋਈ, ਤੁਸੀਂ ਰੱਬ ਕੋ ਪੈਲੀ ਖੋਲੀ ਆ। ਕਿੱਥੋਂ ਕਿੱਦਾਂ ਖੁਸ਼ ਰਹੋਗੇ ਨਾ। ਉਹਨੂੰ ਤਾਂ ਪਾਉਣਾ ਚਾਹੁੰਦੇ ਆ, ਉਹਨੂੰ ਹੀ ਤਾਂ ਮਿਲਣਾ ਚਾਹੁੰਦੇ ਆ। ਇਧਰੋਂ ਰੱਬ ਨੂੰ ਭਗਤੀ ਕਰਦਾ ਹੈ, ਉਧਰੋਂ ਜਿਹੜਾ ਹੈਗਾ ਉਹਦੇ ਤੋਂ ਜਿਹੜਾ ਹੈਗਾ ਆਹ ਕੰਮ ਕਰ ਰਿਹਾ ਹੈ। ਤੁਸੀਂ ਇੱਕ ਰੱਬ ਕੋਲੋਂ ਹੀ ਖੋ ਕੇ ਤੇ ਰੱਬ ਦੇ ਘਰ ਹੀ ਲੰਗਰ ਲਾਈ ਜਾਂਦੇ ਜੋ। ਰੱਬ ਖੁਸ਼ ਹੋਊਗਾ? ਜਸਟ ਸੋਚੋ। ਤੁਸੀਂ ਇੱਕ ਘਰ ਤੁਹਾਡੇ ਰੱਬ ਆ, ਉਹਨੂੰ ਛੱਡ ਕੇ ਦੂਜਾ ਰੱਬ ਬਾਹਰ ਬਣਾ ਕੇ ਤੁਸੀਂ ਉਹਦੀ ਪੂਜਾ ਕਰ ਰਹੇ ਜੋ, ਕੀ ਰੱਬ ਖੁਸ਼ ਹੋਊਗਾ? ਆਪ ਜਸਟ ਸੋਚੋ। ਇੱਕ ਘਰੇ ਬਜ਼ੁਰਗ ਨੇ, ਉਹ ਵੀ ਰੱਬ ਨੇ, ਕਿਉਂਕਿ ਰੱਬ ਦੀ ਅੰਸ਼ ਆ। ਤੁਸੀਂ ਉਹਨਾਂ ਨੂੰ ਪੁੱਛਦੇ ਨਹੀਂ ਤੇ ਬਾਹਰ ਜਾ ਕੇ ਲੰਡੂ ਜਿਹਾ ਸਾਹ ਦੇ ਉਹਦੇ ਗੋਡੇ ਘੁੱਟੀ ਜਾਂਦੇ ਜੋ, ਜਾਂ ਉਹਦੇ ਮੰਦਿਰ ਚ ਕਿਤੇ ਝਾੜੂ ਮਰੀ ਜਾਂਦੇ ਜੋ। ਕੀ ਉਹ ਰੱਬ ਉਸ ਚੀਜ਼ ਨੂੰ ਲਾਈਕ ਕਰਦਾ? ਉਹਨੇ ਉਹ ਤੇ ਕਹਿੰਦਾ ਕਿ ਤੂੰ ਇੰਨਾ ਔਖਾ ਹੋ ਗਿਆ, ਇੰਨਾ ਪਹਾੜਾਂ ਦੇ ਦੂਰ ਆਇਆ 4-5 ਹਜ਼ਾਰ ਕਿਲੋਮੀਟਰ, ਉਹ ਤੇਰੇ ਘਰੇ ਤੇ ਹੈਗਾ ਸੀ, ਉੱਥੇ ਕਿਉਂ ਨੀ ਸੇਵਾ ਕਰ ਲਈ ਤੂੰ? ਉੱਥੇ ਤੇ ਮੈਂ ਹੀ ਆ। ਬਿਲਕੁਲ। ਇਹ ਕਹਾਣੀਆਂ ਭਰੀਆਂ ਹੋਈਆਂ ਨੇ। ਉਹ ਕਹਿੰਦੇ ਮਹਾਰਾਜ ਜੀ ਸਾਡੇ ਘਰੋਂ ਆ ਕੇ ਰੋਟੀ ਖਾਓ। ਠੀਕ ਹੈ, ਕਹਿੰਦੇ ਆ ਜਾਾਂਗੇ। ਉਹ ਕੁੱਤਾ ਆ ਗਿਆ, ਉਹਨੇ ਮੋਰਾਂ 'ਚ ਡਾਂਗ ਮਾਰੀ, ਕੁੱਤਾ ਭੱਜ ਗਿਆ। ਇਸ ਤਰ੍ਹਾਂ ਜੀ ਕਹਿੰਦਾ ਕਿ ਬਾਬਾ ਜੀ ਤੁਸੀਂ ਆਏ ਨੀ ਰੋਟੀ, ਕਹਿੰਦਾ ਭਰਾ ਡਾਂਗ ਇੱਥੇ ਕਿ ਨਹੀਂ ਮੈਨੂੰ ਭੁੱਲੀ, ਮੇਰੀਆਂ ਮੋਰਾਂ 'ਚ ਪਈ। ਕਹਿਣ ਤੋਂ ਭਾਵ ਇਹ ਨਹੀਂ ਕਿ ਸੰਤ ਕੁੱਤਾ ਬਣ ਕੇ ਚਲ ਗਿਆ ਸੀ। ਉਹ ਕਹਿੰਦਾ ਕਿ ਇਹ ਸਾਰਾ ਤੇ ਬ੍ਰਹਮ ਆ। ਤੂੰ ਇਹ ਜਿੱਥੇ ਤੈਨੂੰ ਦਿਖਦਾ ਹੈ, ਇਹ ਤੇਰੇ ਸਭ ਤੋਂ ਲਾਗੇ ਆ। ਜਿਹਨੂੰ ਤੂੰ ਜਾਣਦਾ ਤੂੰ ਉਹਨੂੰ ਤੇ ਦੁੱਖੀ ਨਹੀਂ ਦੇਣ ਦਿਆ। ਇਹ ਔਖਾ ਹੋ ਕੇ ਤੂੰ ਇੰਨੀ ਦੂਰ ਪਹਾੜ ਤੇ ਇੱਥੇ ਟਰੱਕ ਬਜਰੀ ਦਾ ਚੜਾ ਗਿਆ, ਰੇਤਾ ਦਾ ਚੜਾ ਗਿਆ, ਪੈਸਿਆਂ ਦਾ ਚੜਾ ਗਿਆ। ਇੰਨਾ ਔਖਾ ਹੁੰਦੀ ਕਿ ਲੋੜ ਪਈ? ਤੇਰੀ ਡਿਊਟੀ ਤੇ ਉੱਥੇ ਲੱਗੀ ਸੀ, ਸਗੋਂ ਚੰਗਾ ਹੁੰਦਾ ਤੂੰ ਉੱਥੇ ਕਰਦਾ ਕੰਮ ਜਿੱਥੇ ਤੂੰ ਰਹਿੰਦੇ ਆ। ਪਰ ਬੰਦਾ ਤਾਂ ਨਹੀਂ ਕਰਦਾ। ਵੇਖੋ, ਇੱਧਰ ਤੇ ਉੱਧਰ ਤੁਰੇ ਜਾਂਦੇ, ਉੱਧਰ ਤੇ ਇੱਧਰ ਤੁਰੇ ਜਾਂਦੇ। ਇਹ ਬੰਦੇ ਦੀ ਸੋਚ ਆ। ਏਦਾਂ ਹੀ ਚੱਲਦਾ ਹੈ ਬੰਦਾ।
ਪਰ ਪ੍ਰਮਾਤਮਾ ਕਹਿੰਦਾ ਕਿ ਜਿੱਥੇ ਤੇਰੀ ਮੈਂ ਡਿਊਟੀ ਲਾਈ ਹੈ ਉਹ ਭੋਲਿਆ ਉੱਥੇ ਤੇਰਾ ਧਰਮ ਚਾਹੀਦਾ, ਪਰ ਤੂੰ ਉੱਥੇ ਨਹੀਂ ਧਰਮ ਕਰਨਾ ਚਾਹੁੰਦਾ, ਪਰ ਹੋਰ ਜਗ੍ਹਾ ਤੇ ਤੁਰਿਆ ਫਿਰੇਗਾ। ਉਹ ਕਬੂਲ ਨਹੀਂ ਕਰਨ ਦਿਆ ਪ੍ਰਮਾਤਮਾ, ਕਿਉਂਕਿ ਜਿੱਥੇ ਇਮਤਿਹਾਨ ਆ। ਆਪ ਜਸਟ ਸੋਚੋ, ਸਫਾਈ ਮੇਰੇ ਘਰ ਕਰਨੀ ਆ। ਆਪ ਮੇਰੀ ਜਸਟ ਗੱਲ ਨੋਟਿਸ ਕਰੋ, ਇੱਥੇ ਮੈਨੂੰ ਘਰ ਮੇਰੇ, ਇੱਥੇ ਇਮਤਿਹਾਨ ਮੇਰਾ ਇੱਥੇ ਆ, ਤੇ ਮੈਂ ਨਿੱਜਰ ਸਾਹਿਬ ਦੇ ਘਰ ਜਾ ਕੇ ਪੇਪਰ ਦੇ ਆਨੇ ਆ। ਨਿੱਜਰ ਸਾਹਿਬ ਬਿਲਕੁਲ ਗਲਤ ਆ। ਇਹ ਸੈਂਸ ਹੈਗੀ ਆ? ਆਪਾਂ ਸਧਾਰਨ ਬੁੱਧੀ ਦੀ ਗੱਲ ਕਰਦੇ ਆ। ਨਹੀਂ, ਬਿਲਕੁਲ ਨਹੀਂ। ਲੋੜ ਮੈਨੂੰ ਕੰਮ ਕਰਨ ਦੀ ਆ। ਸਫਾਈ ਤੇ ਮੈਂ ਆਪਣੇ ਆਪ ਦੀ ਕਰਨੀ ਆ। ਮੈਂ ਨਿੱਜਰ ਸਾਹਿਬ ਦੇ ਗਿੱਟੇ ਸਾਫ਼ ਕਰੀ ਜਾਂਦੇ ਆ। ਸੋਚੋ, ਪਰ ਆਪਾਂ ਏਦਾਂ ਕਰ ਰਹੇ ਆ। ਉਹ ਕਹਿੰਦੇ ਪਰ ਗ੍ਰੰਥਾਂ ਨੂੰ ਵਿਚਾਰ ਕਰੋ। ਗ੍ਰੰਥਾਂ 'ਚ ਲਿਖਿਆ ਕੀ ਆ? ਉਹ ਗ੍ਰੰਥ 'ਚ ਕਹਿੰਦੇ ਆ ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਾਰੇ। ਹਾਂ, ਕਹਿੰਦਾ ਤੂੰ ਏਦਾਂ ਨਾ ਕੰਮ ਕਰ। ਗਲਤ ਆ, ਫਾਇਦਾ ਕੋਈ ਨਹੀਂ ਆ। ਤੈਨੂੰ ਯਕੀਨ ਨਹੀਂ ਆਉਂਦਾ, ਪਹਿਲਾਂ ਭਰਾਵਾ ਗ੍ਰੰਥਾਂ ਨੂੰ ਪੜ੍ਹ ਲਾ, ਉਹਦੇ ਅੰਦਰ ਕੀ ਲਿਖਿਆ। ਕਾਜੀ ਨੂੰ ਵੀ ਕਹਿੰਦੇ ਆ, ਕਾਜੀ ਤੂੰ ਤੇ ਇਨਸਾਫ ਤੇ ਕਰੀ ਜਾਂਦੇ ਆ। ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬੜਾ ਇਨਸਾਫੀ ਆ, ਪਰ ਜਿਹਦੇ ਸਿਰ ਤੇ ਤੂੰ ਪੜ੍ਹ ਰਿਹਾ ਹੈ, ਬੋਲ ਰਿਹਾ ਹੈ, ਉਹਨੂੰ ਵਿਚਾਰ ਕੀਤੇ ਕਿ ਇਹਦੇ ਅੰਦਰ ਕੀ ਲਿਖਿਆ। ਹਾਂਜੀ ਨਿਜਰ ਸਾਹਿਬ, ਅਗਲੀ ਤੋਂ ਬੋਲੋ। ਹਾਂਜੀ, ਸ਼ਬਦ ਪੂਰਾ ਹੋ ਗਿਆ ਗੋਰਖੀ ਸਾਹਿਬ। ਠੀਕ ਹੈ ਨਿਜਰ। ਹਿੰਦੂ ਤੁਰਕ ਦੋਹੇ ਮੈਂ ਏਕ ਕਹੇ ਕਬੀਰ। ਅੱਛਾ, ਇੱਥੇ ਸਮਾਪਤੀ ਕਰਦੀ ਨਿਜਰ ਸਾਹਿਬ। ਬਿਲਕੁਲ, ਤਾਂ ਹੀ ਮੈਂ ਕਹਿ ਰਿਹਾ ਸੀ। ਹਾਂਜੀ, ਹਾਂ, ਕਹਿੰਦੇ ਹਿੰਦੂ ਤੇ ਤੁਰਕ ਦੋਹੇ ਏਕ ਮੈਂ ਏਕ। ਉਹ ਕਹਿੰਦੇ ਆ ਕਿ ਦੇਖੋ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਮਾਣ ਆ। ਹਿੰਦੂ ਚ ਤੁਰਕ ਚ ਸਾਰਿਆਂ ਚ ਰੱਬ ਵਿਖਿਆ ਇਹਨਾਂ ਨੇ, ਤੇ ਤਾਈਆਂ ਤੋਂ ਇਕੱਠੀ ਕੀਤੀ ਬਾਣੀ ਵਾਲਿਆਂ ਨੇ। ਤਾਂ ਹੀ ਤਾਂ ਸਰਬ ਸਾਂਝੀ ਬਾਣੀ ਇਹਨੂੰ ਕਹਿੰਦੇ ਆ। ਉਹਨਾਂ ਨੇ ਗੱਪਾਂ ਨਹੀਂ ਮਾਰੀਆਂ, ਉਹਨਾਂ ਨੇ ਕਰਕੇ ਦਿਖਾਇਆ। ਉਹ ਸਹੀ ਹੈ ਸਾਹਿਬ। ਬਿਲਕੁਲ। ਆਪ ਸਮਝਦੇ ਕਿੱਡਾ ਵੱਡਾ ਧਰਮ ਹੈ ਆਪਣਾ, ਕਿੱਡਾ ਸਾਫ਼ ਸੁਥਰਾ। ਹੁਣ ਇੱਕ ਛੋਟਾ ਜਿਹਾ ਕਰਕੇ ਰੱਖਤਾ, ਥੋੜਾ ਜਿਹਾ। ਕਿਉਂ? ਕਿਉਂਕਿ ਉਹਨਾਂ ਨੂੰ ਤੁਝੇ ਚ ਰੱਬ ਦਿਖਦਾ ਨਹੀਂ ਹੈ। ਇਸ ਕਰਕੇ ਉਹ ਬੰਦਾ ਉਹਨੂੰ ਇਕੱਠਾ ਕਰ ਦਿੰਦਾ। ਤੇ ਫਿਰ ਗੱਲ ਕੀ ਹੁੰਦੀ ਆ? ਉਹ ਨਲਕਾ ਮੇਰੇ ਘਰ ਲੱਗਾ ਵਾ, ਮੈਂ ਇਕੱਲਾ ਹੀ ਪਾਣੀ ਪੀਊਂਗਾ ਬਸ। ਬਿਲਕੁਲ। ਨਲਕੇ ਦਾ ਤਾਂ ਕੁਛ ਵੀ ਨਹੀਂ ਜਾਣਾ। ਮੈਂ ਤੇ ਚਾਹੁੰਦਾ ਨਲਕਾ ਮੈਂ ਕਹਾਂ ਕਿ ਸਾਰਾ ਮਹੱਲਾ ਪਾਣੀ ਭਰੇ ਜੇ ਮੇਰੇ ਘਰ ਨਲਕਾ ਹੈਗਾ। ਮੈਨੂੰ ਕੀ ਪ੍ਰੋਬਲਮ ਹੈ? ਸਾਹਿਬ ਨਲਕਾ ਥੱਕ ਜੂਗਾ। ਬਿਲਕੁਲ ਸਹੀ ਗੱਲ ਹੈ। ਹਾਂ, ਨਹੀਂ ਏਦਾਂ ਨਹੀਂ ਚੰਗਾ। ਖੂਹ ਹੈਗਾ ਲਾਗੇ, ਲੋਕੀ 20 ਕਿਲੋਮੀਟਰ ਦੂਰ ਜਾ ਕੇ ਪਾਣੀ ਲਿਆਉਂਦੇ ਆ। ਮੇਰੇ ਘਰੇ ਖੂਹ ਆ, ਮੈਂ ਇਕੱਲਾ ਹੀ ਪਾਣੀ ਪੀਂਦੇ ਆ। ਖੂਹ ਤੇ ਥੱਕ ਚੱਲਿਆ। ਮੈਂ ਕਹਾਂ ਭਰਾਵਾ ਜਿਹੜੇ ਲਾਗੇ ਕਾਂਢ ਗੁਆਂਢ ਹੈਗੇ, ਤੁਸੀਂ ਭਰ ਲਓ ਪਾਣੀ ਇੱਥੋਂ। ਇੰਨਾ ਦੂਰੋਂ ਪਾਣੀ ਲੈ ਕੇ ਆਉਂਦੇ। ਇਹੋ ਹੀ ਧਰਮ ਆ। ਤੁਸੀਂ ਇਹ ਸੋਚੋ ਨਾ ਕਿ ਪ੍ਰਮਾਤਮਾ ਤੁਹਾਡੀ ਭਗਤੀ ਚਾਹੁੰਦਾ ਹੈ, ਇਕੱਲਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿ ਦਿੱਤਾ ਔਰ ਬਾਕੀ ਜੀਵਨ ਚ ਕੋਈ ਤੁਹਾਡੇ ਉਚਾਈ ਨਹੀਂ ਚਾਹੀਦਾ। ਪ੍ਰਮਾਤਮਾ ਨੂੰ ਏਦਾਂ ਦੀ ਭਗਤੀ ਦਾ ਮਤਲਬ ਕੇਵਲ ਇੰਨਾ ਹੈ, ਇੰਦਰੀਆਂ ਜ਼ਿਆਦੀਆਂ ਜ਼ੋਰਾਵਰ ਨੇ। ਕਈ ਵਾਰੀ ਆਪਾਂ ਵੇਖੋ ਨਾ, ਅਕਸਰ ਆਪਾਂ ਕੋਈ ਚੀਜ਼ਾਂ ਕਰਦੇ ਆ, ਆਪਾਂ ਨੂੰ ਚੰਗੀਆਂ ਲੱਗਦੀਆਂ ਨੇ। ਚੰਗੀਆਂ ਤੇ ਸਾਨੂੰ ਲੱਗਦੀਆਂ ਨੇ, ਪਰ ਇਹਦਾ ਮਤਲਬ ਨਹੀਂ ਉਹ ਚੀਜ਼ਾਂ ਚੰਗੀਆਂ ਨੇ। ਚੀਜ਼ਾਂ ਪੁੱਛਣਾ ਕੀ ਹੋ ਸਕਦੀਆਂ? ਹੁਣ ਛੋਟੇ ਛੋਟੇ ਬੱਚੇ ਗੇਮਾਂ ਖੇਡਦੇ ਆ, ਉਹ ਕੀ ਚੰਗਾ ਵਾ ਉਹਨਾਂ ਨੂੰ ਗੇਮਾਂ ਖੇਡਣਾ? ਨਿਜਰ ਸਾਹਿਬ ਬਿਲਕੁਲ ਨਹੀਂ। ਆਪਣਾ ਸਮਾਂ ਬਰਬਾਦ ਕਰਦੇ ਨੇ। ਠੀਕ ਹੈ, 5-10 ਮਿੰਟ, ਅੱਧਾ ਘੰਟਾ ਖੇਡਣਾ। ਇਹਦਾ ਮਤਲਬ ਥੋੜੀ 24 ਘੰਟੇ ਤੁਸੀਂ ਉਹਦੇ ਹੱਥ 'ਚ ਮੋਬਾਇਲ ਫੜਾ ਦਿਓ। ਨਿੱਕੇ ਨਿੱਕੇ ਬੱਚਿਆਂ ਨੇ, ਹੁਣ ਮਾਵਾਂ ਕਹਿੰਦੀਆਂ ਨੇ ਚੱਲ ਇਹ ਬੱਚਾ ਜਾਨ ਬੜੀ ਖਾਂਦਾ, ਇਹਨੂੰ ਮੋਬਾਇਲ ਫੜਾ ਦਿਓ। ਇਹ ਕਿਹੜੀ ਅਕਲ ਦਾ ਕੰਮ ਹੈ? ਚੰਗੀ ਚੀਜ਼ ਤੇ ਨਹੀਂ ਹੈਗੀ। ਪਰ ਇਹ ਵਿਚਾਰ ਕਿਹਨੇ ਕਰਨੀ ਆ? ਬੱਚੇ ਨੂੰ ਚੰਗੀ ਲੱਗਦੀ ਹੈ, ਇਹ ਸਾਨੂੰ ਵੀ ਪਤਾ ਹੈ। ਪਰ ਇਹਦਾ ਮਤਲਬ ਇਹ ਥੋੜੀ ਕਿ ਜਿਹੜੀ ਚੀਜ਼ ਬੱਚੇ ਨੂੰ ਚੰਗੀ ਲੱਗ ਰਹੀ ਹੈ ਤੇ ਅਸੀਂ ਉਹਨੂੰ ਦੇ ਦਈਏ। ਉਹ ਛੋਟੇ ਜਿਹੇ ਬੱਚੇ ਨੂੰ ਟਾਈਮ ਪਾਸ, ਠੀਕ ਆ, ਕੰਟਰੋਲ ਕਰੋ, ਉਹਨੂੰ ਥੋੜਾ ਦਿਓ। ਇਹ ਨਾ ਮਨਾ ਨਾ ਕਰੋ, ਉਹਨੂੰ ਲਿਮਟ ਤੇ ਦਿਓ। ਇੱਥੇ ਬਾਣੀ ਸਾਨੂੰ ਇਹ ਸਮਝਾ ਰਹੀ ਆ ਕਿ ਜੀਵਨ ਨੂੰ ਜਿਉਣਾ ਕਿੱਦਾਂ ਹੈ। ਕੇਵਲ ਗੱਲਾਂ ਤੱਕ ਗੱਲ ਨਾ ਰਹਿ ਜੇ, ਕਿਉਂਕਿ ਤੇਰਾ ਇਮਤਿਹਾਨ ਆ। ਜੇ ਤੂੰ ਚਾਹੁੰਦਾ ਪਾਸ ਹੋਣਾ ਤੇ ਬਾਣੀ ਪੜ੍ਹ, ਬਾਣੀ ਨੂੰ ਵਿਚਾਰ ਕਰ। ਇਸੇ ਲਈ ਬਾਣੀ ਚ ਕਿਹਾ ਇਹ ਬਾਣੀ ਬ੍ਰਹਮ ਵਿਚਾਰ ਤੇ ਬਿਰਲਾ ਵਿਚਾਰੇ। ਇਹ ਬਾਣੀ ਮਹਾਂਪੁਰਖੀ ਬਿਰਲੋ ਵਿਚਾਰ ਸੀ। ਹਾਂ, ਬਿਰਲਾ ਹੀ ਵਿਚਾਰਦਾ, ਕਿਉਂਕਿ ਵਿਚਾਰਨ ਦਾ ਮਤਲਬ ਤੇ ਇਹੋ ਹੀ ਆ। ਉਹਨਾਂ ਨੇ ਕਹਿਣਾ ਕਿ ਇਹ ਜਿਹੜੇ ਕੰਮ ਤੂੰ ਗਲਤ ਕਰਦਾ ਇਹਨੂੰ ਬੰਦ ਕਰ, ਤੇ ਇਹ ਜਿਹੜੇ ਕੰਮ ਤੈਨੂੰ ਕਰਨੇ ਚਾਹੀਦੇ ਆ ਤੂੰ ਕਰ। ਤੇ ਬੰਦਾ ਕਿੱਥੇ ਕਰਦਾ? ਬੰਦਾ ਤੇ ਰੁਪਈਆ ਨਹੀਂ ਕੱਢਦਾ, ਆਪਣਾ ਖੋਹ ਲੈਂਦਾ, ਦਿੰਦਾ ਨਹੀਂ। ਤੇ ਦੇਣਾ ਬੜਾ ਔਖਾ ਹੈ। ਪਰ ਜਿੰਨਾ ਚਿਰ ਤੱਕ ਤੁਸੀਂ ਹੱਥੋਂ ਦਾਨ ਨਾ ਦਿੱਤਾ, ਤੁਹਾਡੀ ਪਕੜ ਨਹੀਂ ਕਿ ਛੁੱਟਣੀ। ਉਹ ਪਕੜ ਜਿਹੜੀ ਆ, ਮੇਰੀ ਗੱਲ ਆਪ ਜਸਟ ਵਿਚਾਰ ਕਰੋ ਕਿ ਘੁੱਟਿਆਂ ਤੁਹਾਡੇ ਹੱਥ 'ਚ ਕੋਈ ਚੀਜ਼ ਆ, ਤੁਸੀਂ ਘੁੱਟੀ ਆ, ਉਹ ਪਕੜ ਛੁੱਟੂਗੀ ਕਿ ਟੈਟ ਹੋਊਗੀ?
ये लॉजिक ही है। ये तो तुहानू मुट्ठी खोलनी पैनी है थोड़ी जी, छुट्टी खोलोगे ना ਤੁਹਾਡੀ भी जान सौखी हो जाऊगी, तो किसी काम भी आ जाऊगी। ठीक है जी, आज के विचार इतने समाप्त करते हैं। हाँ जी भाई, नजर साहब। हाँ जी भाई, बहुत बढ़िया।